ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਤੋ ਜਿਸ ਤਰ੍ਹਾਂ ਮੈਂ ਪਾਇਆ ਸੀ ਤੁਹਾਨੂੰ ਸਭ ਨੂੰ ਪੜ੍ਹ ਲਿਆ ਹੋਵੇਗਾ ਤੁਸੀਂ, ਕਾਹੇ ਰੇ ਮਨ ਚਿਤਵੈ ਊਦਮ ਜਾਂ ਆਹਰ ਹਰ ਜਿਉ ਪੜਿਆ। ਇਹ ਅਸੀਂ ਜਿਹੜਾ ਰਹਿਰਾਸ ਸਾਹਿਬ ਦਾ ਪਾਠ ਕਰਨੇ ਉਹਦੇ ਵਿੱਚ ਸ਼ਲੋਕ ਮਹਲਾ 5ਵਾਂ ਗੁਰੂ ਅਰਜਨ ਦੇਵ ਜੀ ਦਾ। तो ये बड़ा इंपॉर्टेंट है, काफी अच्छी गहराई है, तो ਅਸੀਂ ਅੱਜ ਇਹਨੂੰ डिस्कस कर रहे हैं। काहे रे मन, किसी ने पढ़ना चाहता तो पढ़ दो सारा श्लोक बेशक। है ਤੁਹਾਡੇ ਕੋਲ रिकॉर्डिंग? हाँ जी मैं कर देनी हूँ जी। पढ़, हाँ पढ़। राग गुजरी महला चौथा। पंजवा पंजवा ये चौथा है जी। ओ सॉरी सेकंड है मैंने लगा। राग गुजरी महला पंजवा। राग गुजरी पाशाही 10वीं है, 5वीं पाशाही, सॉरी मेरा माइंड। काहे रे मन चितवै ऊदम जा आहर हर जियो परिया। सैल पत्थर में जंतु पाए ताका रिजक आगे कर धरिया। पूरा पढ़ा मैं आंटी? पूरा पढ़ लो। मेरे माधो जी सत्संगत मिले सो तरिया। गुर प्रसाद परम पद पाया। सूके काष्ठ हरिया रहाओ। जनन पिता लोक सुत बनिता कोई न किसकी तरिया। सिर सिर रिजक संभाए ठाकर काहे मन पौ करिया। उड़े उड़ आवे से सह कोसा तिस पाछे बचरे छरिया। तिन कवण खलावे कवण चुगावे मन में सिमरन करिया। सब निधान 10 अष्टधान ठाकुर करतल तरिया। जन नानक बलबल सदबल जाइए तेरा अंत न पारा वरिया। बहुत अच्छा, वेरी नाइस। गलती माफ करना जी। सो ਇਹਦੇ ਵਿੱਚ ਉਹਨਾਂ ਨੇ ਬੜਾ ਗਹਿਰਾ ਭਾਵ ਲਿਆ ਜਿਹੜਾ ਕਿ ਸਾਡੇ ਹਿਊਮਨ ਬੀਇੰਗਸ ਵਾਸਤੇ ਇੱਕ ਬੜਾ ਜ਼ਰੂਰੀ ਲੈਸਨ ਹੈ, ਜਿਹੜਾ ਕਿ ਅਸੀਂ ਗੁਰਬਾਣੀ ਭਾਵੇਂ ਕਿੰਨੀ ਪੜ੍ਹਨੇ ਆ ਪਰ ਸਾਡੇ ਅੰਦਰ ਗਹਿਰਾਈ ਵਿੱਚ ਜਾਂਦਾ ਨਹੀਂ। ਕਿ ਪਰਮਾਤਮਾ ਨੇ ਜਦੋਂ ਇਨਸਾਨ ਨੂੰ ਪੈਦਾ ਕੀਤਾ, ਜਦੋਂ ਉਹਨੇ ਕ੍ਰੀਏਸ਼ਨ ਬਣਾਈ ਤੇ ਉਹਨੇ ਆਪਣੇ ਕਾਨੂੰਨ ਦੇ ਮੁਤਾਬਿਕ ਇਸ ਤਰ੍ਹਾਂ ਦਾ ਨਿਯਮ ਬਣਾਇਆ ਕਿ ਜਿਹੜੀ ਮੈਂ ਕ੍ਰੀਏਸ਼ਨ ਬਣਾ ਰਿਹਾ ਵਾਂ ਉਹਦੇ ਵਿੱਚ ਜਿੰਨੇ ਜੀਵ ਮੈਂ ਪੈਦਾ ਕਰ ਰਿਹਾ ਵਾਂ, ਨਾ ਕੇਵਲ ਕਿ ਉਹਨਾਂ ਨੂੰ ਹਵਾ ਪਾਣੀ ਸਭ ਕੁਝ ਜਿਹੜਾ ਮਿਲੇ, ਬਲਕਿ ਹਰ ਇੱਕ ਨੂੰ ਜਿੰਨਾ ਚਿਰ ਉਹਦਾ ਜੀਵਨ ਹੈ ਉਹਦੇ ਵਿੱਚ ਉਹਨੂੰ ਰਿਜ਼ਕ ਦਾ ਪੂਰਾ ਜਿਹੜਾ ਹੈ ਅਰੇਂਜਮੈਂਟ ਹੋਵੇ। ਪਰ ਕੀ ਹੈ, ਅਸੀਂ ਕਿਉਂਕਿ ਅਣਜਾਣ ਆ, ਇਗਨੋਰੈਂਟ ਆ, ਅੰਦਰ ਉਹ ਭਾਵ ਭਾਵੇਂ ਅਸੀਂ ਗੁਰਬਾਣੀ ਕਿੰਨੀ ਪੜ੍ਹਦੇ ਆ ਔਰ ਰੋਜ਼ ਉਹ ਪੜ੍ਹਨੇ ਹੈਗੇ ਆ, ਫਿਰ ਵੀ ਅੰਦਰ ਉਹ ਚੀਜ਼ ਬੈਠਦੀ ਨਹੀਂ। ਇਸ ਕਰਕੇ ਹੌਲੀ ਹੌਲੀ ਗੁਰਬਾਣੀ ਨੂੰ ਜਦੋਂ ਅਸੀਂ ਗਹਿਰਾਈ ਵਿੱਚ ਲੈਂਦੇ ਆ
ਤੇ ਹੁਣ ਜਿਸ ਤਰ੍ਹਾਂ ਅਸੀਂ ਅੱਜ ਕਰਾਂਗੇ ਅਰਥ ਨਾ, ਫਿਰ ਜਦੋਂ ਤੁਸੀਂ ਪਾਠ ਕਰੋਗੇ ਨਾ, ਤੇ ਜਿਸ ਤਰ੍ਹਾਂ ਦੀ ਤੁਸੀਂ ਅੱਜ ਸੈਂਸ ਲਵੋਗੇ ਨਾ, ਅੱਗੋਂ ਫਿਰ ਉਹ ਸੈਂਸ ਜਦੋਂ ਪਾਠ ਕਰਦਿਆਂ ਕਰਨਾ ਤੁਹਾਡੇ ਅੰਦਰ ਉਹ ਡਿਵੈਲਪ ਹੋਏ। ਸੋ ਇਹ ਜ਼ਰੂਰੀ ਹੈ ਕਿ ਅਸੀਂ ਹੌਲੀ ਹੌਲੀ ਕਰਕੇ ਗੁਰਬਾਣੀ ਨੂੰ ਇੰਨੀ ਗਹਿਰਾਈ ਨਾਲ ਜਾਣੀਏ ਕਿ ਜਦੋਂ ਅਸੀਂ ਪੜ੍ਹੀਏ ਉਹਦਾ ਅਰਥ ਸਾਡੇ ਅੰਦਰ ਇੰਨਾ ਚਲਾ ਜਾਏ ਕਿ ਅਸੀਂ ਉਹ ਬਣਦੇ ਜਾਈਏ। ਸੋ ਗੁਰਬਾਣੀ ਸਾਰੀ ਸਾਡੇ ਜੀਵਨ ਵਾਸਤੇ ਹੈ। ਗੁਰਬਾਣੀ ਸਿਰਫ ਪੜ੍ਹਨ ਵਾਸਤੇ ਨਹੀਂ ਕਿ ਅਸੀਂ ਪੜ੍ਹ ਲਈਏ ਤੇ ਠੀਕ ਹੈ। ਗੁਰਬਾਣੀ ਤੇ ਸਾਨੂੰ ਕੁਝ ਸਿਖਾਉਣ ਵਾਸਤੇ ਕਿ ਤੁਸੀਂ ਇੱਕ ਅੱਛਾ ਜੀਵਨ ਕਿਵੇਂ ਜੀਣਾ। ਮੈਂ ਤੁਹਾਡੇ ਵਾਸਤੇ ਕਿੰਨਾ ਅਰੇਂਜਮੈਂਟ ਕੀਤਾ ਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਹੈ ਵੀ ਹੈ ਕਿ ਨਹੀਂ, ਤੁਸੀਂ ਅਨਨੈਸੈਸਰੀ ਚਿੰਤਾ ਤੇ ਨਹੀਂ ਕਰ ਰਹੇ। ਸੋ ਗੁਰਬਾਣੀ ਫਿਰ ਉਹਨਾਂ ਸਾਰੇ ਭੇਦਾਂ ਨੂੰ ਖੋਲਦੀ ਹੈ। ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਭਰਿਆ। ਇਹਦੇ ਐਕਚੁਅਲੀ ਮਨ ਹੀ ਸਾਰੀ ਚੀਜ਼ ਹੈ। ਮਨ ਤੇ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਮਨ ਨੂੰ ਸੁਧਾਰਨ ਤੇ ਹੀ ਹੈ। ਮਨ ਨੂੰ ਸੁਧਾਰਨਾ, ਮਨ ਨੂੰ ਗਿਆਨ ਦੇਣਾ, ਮਨ ਨੂੰ ਸਮਝਾਉਣਾ। ਗਿਆਨ ਬੜਾ ਜ਼ਰੂਰੀ ਹੈ। ਜੋ ਗਿਆਨ ਹੋਏਗਾ ਉਹ ਅਸੀਂ ਸਮਝਾ ਸਕਾਂਗੇ। ਸੋ ਮਨ ਨੂੰ ਇਹ ਕਿਹਾ ਹੈ ਕਿ ਮੇਰੇ ਮਨ ਤੂੰ ਚਿੰਤਾ ਕਿਉਂ ਕਰਨਾ ਹੈ? ਹਰ ਵੇਲੇ ਤੂੰ ਚਿੰਤਾ ਕਰਕੇ ਉਦਮ ਕਰਦਾ ਰਹਿਣਾ ਹੈ। ਕਾਹਦਾ ਉਦਮ ਕਰਨਾ ਹੈ? ਕਿ ਇਹ ਮੈਂ ਕੀ ਕਰਨਾ ਹੈਗਾ ਹੈ, ਗੁਜ਼ਾਰਾ ਕਿਵੇਂ ਕਰਨਾ ਹੈ, ਟੱਬਰ ਕਿਵੇਂ ਪਾਲਣਾ ਹੈ, ਨੌਕਰੀ ਕਿਵੇਂ ਕਰਨੀ ਹੈ, ਇਹ ਕੀ ਹੋਏਗਾ, ਇਹ ਕਿਵੇਂ ਹੋਏਗਾ, ਇਹ ਨਾ ਹੋ ਜਾਏ, ਇਹ ਨਾ ਹੋ ਜਾਏ। ਸੋ ਉਹ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਉਹਨੇ ਸਾਰੀ ਤੇ ਜ਼ਿੰਮੇਵਾਰੀ ਆਪਣੇ ਆਪ ਤੇ ਲਈ ਹੋਈ ਹੈ। ਉਹਦਾ ਆਰ ਤੇ ਉਹਨੇ ਆਪਣੇ ਆਪ ਤੇ ਲਿਆ ਹੋਇਆ। ਜਦੋਂ ਇਨਸਾਨ ਨੂੰ ਉਹ ਪੈਦਾ ਕਰਦਾ ਹੈ, ਉਹਦੇ ਨਾਲ ਉਹ ਉਹਦੀ ਪੂਰੀ ਇੱਕ ਫਾਈਲ, ਇੱਕ ਹਿਸਟਰੀ ਬਣਾ ਕੇ ਭੇਜ ਦਿੰਦਾ ਹੈ ਕਿ ਇਹਨੂੰ ਪੂਰੇ ਜੀਵਨ ਵਾਸਤੇ ਪੂਰਾ ਜਿਹੜਾ ਹੈਗਾ ਸੁੱਖ ਜਿਹੜਾ ਉਹ ਮਿਲੇ। ਪਰ ਸਾਨੂੰ ਪਤਾ ਨਹੀਂ, ਅਸੀਂ ਅਣਜਾਣ। ਜਦੋਂ ਅਸੀਂ ਪੈਦਾ ਹੁੰਦੇ ਆ, ਸਾਡਾ ਰਿਜ਼ਕ ਲਿਖ ਦਿੰਦਾ। ਪੈਦਾ ਹੋਣ ਦੇ ਨਾਲ ਹੀ ਸਾਡੇ ਜਾਣ ਦਾ ਟਾਈਮ ਵੀ ਲਿਖ ਦਿੰਦਾ। ਜਿਵੇਂ ਫਰੀਦ ਜੀ ਨੇ ਕਿਹਾ ਨਾ, ਦਿੱਤੇ ਹਾੜੇ ਧਨਵਰੀ ਸਾਏ ਲੈ ਲਿਖਾਏ, ਮਲਕ ਜੂ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ। ਜਿਸ ਦਿਨ ਪੈਦਾ ਹੋਇਆ ਸੀ ਉਸ ਦਿਨ ਹੀ ਮੇਰਾ ਅੰਤ ਲਿਖਿਆ ਗਿਆ ਸੀ। ਔਰ ਜਿਸ ਦਿਨ ਪੈਦਾ ਹੋਇਆ ਸੀ, ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੀ ਮਾਂ ਦੇ ਥਣਾਂ 'ਚ ਰੱਬ ਨੇ ਦੁੱਧ ਪਾ ਦਿੱਤਾ ਸੀ। ਪਹਿਲਾਂ ਤੇ ਕੋਈ ਇਸ ਤਰ੍ਹਾਂ ਦੀ ਗੱਲ ਹੀ ਨਹੀਂ ਸੀ, ਲੇਕਿਨ ਮੇਰੇ ਪੈਦਾ ਹੋਣ ਤੋਂ ਪਹਿਲਾਂ ਮੇਰੀ ਖੁਰਾਕ ਤਿਆਰ ਸੀ। ਮੇਰੀ ਖੁਰਾਕ ਪਹਿਲਾਂ ਤਿਆਰ ਸੀ। ਮੈਨੂੰ ਕੋਈ ਪਤਾ ਹੀ ਨਹੀਂ ਸੀ ਕਿ ਮੈਨੂੰ ਖੁਰਾਕ ਕੀ ਮਿਲੇਗੀ, ਕਿਸ ਤਰ੍ਹਾਂ ਮਿਲੇਗਾ। ਜਦੋਂ ਮੈਂ ਬਾਹਰ ਆਇਆ ਤੇ ਮੇਰੀ ਖੁਰਾਕ ਤਿਆਰ ਸੀ। ਉਸ ਤੋਂ ਬਾਅਦ ਮੈਨੂੰ ਪਾਲਣ ਵਾਸਤੇ ਸਾਰੇ ਅਰੇਂਜਮੈਂਟ ਸੀ। ਮੈਨੂੰ ਪਤਾ ਹੀ ਨਹੀਂ, ਮੈਂ ਪਲਦਾ ਗਿਆ। ਜਿਉਂ ਮੈਨੂੰ ਹੋਸ਼ ਆਈ ਤੇ ਮੈਂ ਫਿਰ ਆਰ ਕਰਨ ਲੱਗ ਪਿਆ, ਉਦਮ ਕਰਨ ਲੱਗ ਪਿਆ, ਫਿਕਰ ਕਰਨ ਲੱਗ ਪਿਆ ਕਿ ਮੈਂ ਕਰਨਾ, ਮੈਂ ਕਰਨਾ, ਮੈਂ ਕਰਨਾ, ਮੈਂ ਕਰਨਾ। ਤੋ ਉਹ ਇਹ ਕਹਿ ਰਹੇ ਨੇ ਕਿ ਤੂੰ ਕਿਉਂ ਚਿੰਤਾ ਕਰਨਾ ਹੈ? ਅਸਲੀ ਮੇਨ ਚਿੰਤਾ ਕੀ ਹੈ? ਇਹ ਸਾਡੇ ਦੁਆਲੇ ਮਾਇਆ ਜਿਹੜੀ ਹੈ ਉਹਨੇ ਚਿੰਤਾ ਪਾਈ ਹੋਈ ਹੈ। ਉਹਨੇ ਜਿਹੜਾ ਮੈਂ ਦਾ ਭਾਵ ਹੈ ਉਹਦੇ ਨਾਲ ਚਿੰਤਾ ਜੁੜੀ ਹੈ ਕਿ ਤੂੰ ਕਰਨਾ, ਤੂੰ ਕਰਨਾ। ਕਰਨਾ ਉਦਮ ਤੋਂ ਜ਼ਰੂਰ ਕਰਨਾ ਹੈ, ਲੇਕਿਨ ਇਹ ਨਹੀਂ ਕਿ ਚਿੰਤਾ ਕਰਨੀ ਹੈ। ਉਦਮ ਤੋਂ ਤੂੰ ਇਹ ਕਰਨਾ ਜਿਹੜੀ ਤੈਨੂੰ ਫ੍ਰੀ ਵਿਲ ਮਿਲੀ ਹੈ, ਯੂਜ਼ ਕਰਨੀ ਹੈ। ਕਿਉਂਕਿ ਜੇ ਤੁਸੀਂ ਖਾਣਾ ਬਣਾਉਣਾ ਹੈ ਤੇ ਰੋਟੀ ਪਕਾਓਗੇ ਤੇ ਸਹੀ, ਲੇਕਿਨ ਚਿੰਤਾ ਤੇ ਨਹੀਂ ਕਰੋਗੇ ਕਿ ਰੋਟੀ ਪਕਾਣੀ ਹੈ, ਪਕਾਣੀ ਹੈ, ਪਕਾਣੀ। ਤੁਸੀਂ ਪਕਾਉਣ ਲੱਗੋ ਤੇ ਰੋਟੀ ਪੱਕ ਜਾਏਗੀ, ਕਿਉਂਕਿ ਤੁਹਾਨੂੰ ਪਰਮਾਤਮਾ ਨੇ ਉਹ ਸਾਰੇ ਸੋਰਸ ਦਿੱਤੇ ਨੇ ਰੋਟੀ ਪਕਾਉਣ ਦੇ। ਸੋ ਇਨਸਾਨ ਨੂੰ ਇਹ ਬੜੀ ਵੱਡੀ ਸਿੱਖਿਆ ਦਿੱਤੀ ਹੈ ਕਿ ਤੂੰ ਚਿੰਤਾ ਨਾ ਕਰ, ਤੂੰ ਸਿਰਫ ਆਪਣੀ ਡਿਊਟੀ ਕਰਦਾ ਹੈ। ਮੈਂ ਬੜੀ ਵਾਰੀ ਤੁਹਾਨੂੰ ਐਕਸਪਲੇਨ ਕੀਤਾ ਹੈ ਕਿ ਵੀ ਮੇਰਾ ਜਿਹੜਾ ਫਸਟ ਐਕਸਪੀਰੀਅੰਸ ਸੀ, ਉਹਦੀ ਜਿਹੜੀ ਪਹਿਲੀ ਲਾਈਨ ਸੀ, ਉਹ ਸਾਨੂੰ ਸਾਰਿਆਂ ਨੂੰ ਸਾਰੀ ਉਮਰ ਹੀ ਸੂਟ ਕਰਦੀ ਹੈਗੀ, ਸਾਰੀ ਉਮਰ ਹੀ। ਔਰ ਉਹਦੇ ਵਿੱਚ ਸੀ ਕਿ ਯੂ ਹੈਵ ਟੂ ਪਲੇ ਯੋਰ ਰੋਲ ਵੈਲ। ਤੁਸੀਂ ਸਿਰਫ ਰੋਲ ਪਲੇ ਕਰਨਾ ਹਰ ਚੀਜ਼ ਵਿੱਚ, ਘਰ ਬਾਹਰ, ਰਿਸ਼ਤੇਦਾਰਾਂ ਵਿੱਚ, ਸਭ ਥਾਵਾਂ ਤੇ ਆਪਣਾ ਰੋਲ ਪਲੇ ਕਰਨਾ। ਆਪਣੇ ਆਪ ਤੇ ਤੂੰ ਕਰਤਾ ਕਰਨਾ, ਮੈਂ ਨਾਹੀਂ ਜਾਹੋ ਕਰਨਾ, ਮੈਂ ਕਰਨ ਵਾਲਾ ਨਹੀਂ। ਤੂੰ ਮੈਨੂੰ ਇਸ ਡਰਾਮੇ ਵਿੱਚ ਜਿਹੜਾ ਰੋਲ ਦਿੱਤਾ ਹੈ ਮੈਂ ਉਹ ਕਰ ਰਿਹਾ ਵਾਂ, ਪਰ ਮੈਨੂੰ ਸ਼ਕਤੀ ਦੇ ਕਿ ਮੈਂ ਰੋਲ ਚੰਗੀ ਤਰ੍ਹਾਂ ਕਰ ਸਕਾਂ।
ਸੋ ਜਾਂ ਤੂੰ ਚਿੰਤਾ ਨਾ ਕਰ। ਹੁਣ ਉਹ ਕਿਹਾ ਤੂੰ ਚਿੰਤਾ ਨਾ ਕਰ, ਇਹ ਚਿੰਤਾ ਤੇ ਉਹਨੇ ਆਪਣੇ ਆਪ ਤੇ ਲਈ ਹੋਈ ਏ। ਉਹਨੇ ਤੈਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਸਾਰੀ ਚਿੰਤਾ ਆਪਣੇ ਆਪ ਤੇ ਲਈ। ਅੱਗੇ ਵੇ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਵਿੱਚ ਆਗੇ ਕਰਦਾ ਹੈ। ਚਟਾਨਾਂ ਵਿੱਚ, ਪੱਥਰਾਂ ਵਿੱਚ ਜਿਹੜੇ ਉਹਨੇ ਜੀਵ ਪਾਏ ਨੇ। ਅਸੀਂ ਹੁਣ ਇੰਨੀ ਚਿੰਤਾ ਕਰਨੇ ਆਪਣੇ ਰੇਖ ਦੀ। ਸੋਚੋ ਜਰਾ, ਜਿਹੜੇ ਪੱਥਰਾਂ ਦੇ ਅੰਦਰ ਨੇ ਉੱਥੇ ਕਿਹੜੇ ਦਰਖਤ ਲੱਗੇ ਨੇ, ਕਿਹੜੀ ਉੱਥੇ ਫਸਲ ਹੈ, ਕਿਹੜਾ ਉੱਥੇ। ਤੁਸੀਂ ਦੇਖੋ, ਤੁਸੀਂ ਜੇ ਧਿਆਨ ਨਾਲ ਦੇਖੋ ਨਾ, ਕਿ ਜਿਹੜੀਆਂ ਚਟਾਨਾਂ ਨੇ ਨਾ ਉਹਦੇ ਅੰਦਰ ਮਤਲਬ ਛੋਟੇ ਛੋਟੇ ਹੁੰਦੇ ਨੇ, ਸੁਰਾਖ ਜਾਂ ਵਿੱਚ ਹੁੰਦੇ ਨੇ। ਉਹਦੇ ਵਿੱਚ ਉਹਨਾਂ ਦੀ ਖੁਰਾਕ ਵੀ ਜਿਹੜੀ ਹੁੰਦੀ ਹੈ ਉਹ ਉਹਨਾਂ ਪੱਥਰਾਂ ਦੇ ਵਿੱਚੋਂ ਹੀ ਬਣੀ ਹੁੰਦੀ ਹੈਗੀ ਹੈ। ਉਹਨੂੰ ਹੀ ਉਹ ਖਾ ਕੇ ਜ਼ਿੰਦਾ ਰਹਿੰਦੇ ਨੇ। ਕਹਿੰਦੇ ਨੇ ਕਿ ਇੱਕ ਵਾਰੀ ਦੀ ਗੱਲ ਹੈ, ਕਿਸੇ ਨੇ ਦੱਸਿਆ ਕਿ ਅਸੀਂ ਕਹਿੰਦੇ ਕਿਸੇ ਜੰਗਲ ਵਿੱਚ ਜਾਇਆ ਸੀ ਤੇ ਅਸੀਂ ਕੁਝ ਗਰਮ ਕਰਨਾ ਸੀ, ਤੇ ਉੱਥੇ ਸਾਡੇ ਕੋਲ ਤਵਾ ਨਹੀਂ ਸੀ। ਉੱਥੇ ਨੇ ਇੱਕ ਪੱਥਰ ਪਿਆ ਸੀ ਸਿੱਧਾ ਜਿਹਾ ਤਵੇ ਵਰਗਾ। ਅਸੀਂ ਅੱਗ ਬਾਲ ਕੇ ਉਹਨੂੰ ਉਹਦੇ ਉੱਤੇ ਰੱਖ ਦਿੱਤਾ, ਕਿ ਉਹਨੂੰ ਪੂੰਝ ਕੇ ਧੋ ਕੇ ਤੇ ਉਹਦੇ ਉੱਤੇ ਅਸੀਂ ਗਰਮ ਕਰ ਲਿਆ। ਕਹਿੰਦੇ ਜਿਸ ਵੇਲੇ ਅਸੀਂ ਨੀਚੇ ਅੱਗ ਬਾਲੀ, ਜੋ ਪੱਥਰ ਜਿਹੜਾ ਸੀ ਉਹ ਮਤਲਬ ਉਹ ਆਪਣਾ ਟੁੱਟਾ ਨਹੀਂ, ਉਹ ਵਿੱਚੋਂ ਦੀ ਉਹਦੇ ਦੋ ਟੁਕੜੇ, ਮਤਲਬ ਇੱਕ ਉੱਤੇ ਇੱਕ ਨੀਚੇ ਰਹਿ ਗਿਆ। ਤੇ ਜਿਸ ਵੇਲੇ ਉਹਨੂੰ ਅਸੀਂ ਦੇਖਿਆ ਤੇ ਉਹਦੇ ਅੰਦਰ ਇੱਕ ਕੀੜਾ ਹੈ। ਹੁਣ ਦੇਖੋ, ਪੱਥਰ ਬੰਦ ਹੈ, ਬੰਦ ਪੱਥਰ ਦੇ ਅੰਦਰ ਕੀੜਾ ਹੈ, ਉਹਨੂੰ ਹੁਣ ਖੁਰਾਕ ਕਿੱਥੋਂ ਮਿਲ ਰਹੀ। ਸਿਮਿਲਰਲੀ ਇੱਕ ਵਾਰੀ ਦੀ ਗੱਲ ਹੈ ਕਿ ਕੋਈ ਆਦਮੀ, ਕਈ ਲੋਕੀ ਨੇ ਉਹਨਾਂ ਨੂੰ ਪਰਮਾਤਮਾ ਤੇ ਵਿਸ਼ਵਾਸ ਨਹੀਂ ਹੁੰਦਾ। ਉਹ ਸੋਚਦੇ ਨੇ ਵੀ ਇਹ ਜਿਹੜਾ ਤੁਸੀਂ ਕਹਿੰਦੇ ਹੋ ਨਾ ਵੀ ਉਹ ਸਭ ਕੁਝ ਕਰਦਾ, ਉਹ ਆਪੇ ਦੇਵੇਗਾ, ਚਿੰਤਾ ਨਾ ਕਰੋ। ਇਹ ਗਲਤ ਗੱਲ ਹੈ। ਬੰਦਾ ਬੰਦਾ ਉਦਮ ਆਪ ਕਰਦਾ। ਸੋ ਉਹਨਾਂ ਨੇ ਕਿਹਾ ਅੱਛਾ ਮੈਂ ਇੱਕ ਟੈਸਟ ਲੈਣਾ। ਉਹਨਾਂ ਨੇ ਇੱਕ ਡੱਬੀ ਦੇ ਵਿੱਚ ਇੱਕ ਕੀੜਾ ਪਾ ਦਿੱਤਾ। ਉਹਨੇ ਕਿਹਾ ਮੈਂ ਡੱਬੀ ਨੂੰ ਬੰਦ ਕਰਦਾ, ਮੈਂ ਦੇਖਣਾ ਉਹਨੇ ਇਸ ਕੀੜੇ ਨੂੰ ਕੌਣ ਖੁਰਾਕ ਦਿੰਦਾ। ਉਹ ਕੀ ਹੋਇਆ ਕਿ ਜਦੋਂ ਉਹ ਕੀੜੇ ਨੂੰ ਪਾ ਰਿਹਾ ਸੀ ਤੇ ਉਹਦੇ ਮੱਥੇ ਤੇ ਤਿਲਕ ਲਗਾਇਆ ਸੀ। ਤੇ ਹਿੰਦੂ ਜਿਹੜੇ ਨੇ ਤਿਲਕ ਦੇ ਵਿੱਚ ਚੌਲ ਲਗਾਉਂਦੇ। ਉਹਦੇ ਵਿੱਚੋਂ ਇੱਕ ਚੌਲਾਂ ਦਾ ਦਾਣਾ ਡੱਬੀ ਦੇ ਵਿੱਚ ਗਿਰ ਗਿਆ, ਜਿਹੜਾ ਉਹਨੇ ਨਹੀਂ ਦੇਖਣ, ਡੱਬੀ ਨੂੰ ਬੰਦ ਕਰਤਾ। ਥੋੜੇ ਦਿਨਾਂ ਪਿੱਛੋਂ ਉਹਨਾਂ ਨੇ ਦੇਖਿਆ ਕਿ ਵੀ ਉਹ ਤੇ ਮਰ ਗਿਆ ਹੋਏਗਾ, ਕਿਉਂਕਿ ਉਹਨੂੰ ਤਾਂ ਖੁਰਾਕ ਨਹੀਂ ਮਿਲੀ। ਜਾਂ ਉਹਨੇ ਦੇਖਿਆ ਤੇ ਉਹਦੇ ਵਿੱਚ ਚੌਲ ਦਾ ਦਾਣਾ ਪਿਆ। ਹੁਣ ਦੇਖੋ, ਇਹ ਚੀਜ਼ ਜਿਹੜਾ ਨਾ ਬਿਲੀਵ ਕਰੇ ਉਹਨੂੰ ਨਹੀਂ ਹੋਏਗੀ। ਪਰ ਮੈਂ ਦੇਖਿਆ ਕਿ ਜਦੋਂ ਅਸੀਂ ਵਿਸ਼ਵਾਸ ਹੀ ਨਹੀਂ, ਇੱਕ ਰਿਐਲਿਟੀ ਬਣ ਜਾਂਦੀ ਹੈ ਜਦੋਂ ਉਹ ਵਿਸ਼ਵਾਸ ਪ੍ਰੂਵ ਹੋਣਾ ਸ਼ੁਰੂ ਹੋ ਜਾਂਦਾ। ਮੈਂ ਦੇਖਿਆ ਕਿ ਬਹੁਤ ਵਾਰੀ ਚੀਜ਼ਾਂ ਜਿਹੜੀਆਂ ਨੇ ਅਸੀਂ ਹੈਰਾਨ ਹੁੰਦੇ ਆ ਕਿ ਜਿਹਨੂੰ ਮੈਂ ਕਹਿੰਦੀ ਆ ਕਿ ਹੀ ਫਾਰਮ ਦਾ ਸਰਕਮਸਟੈਂਸਸ ਟੂ ਹੈਪਨ ਦਾ ਥਿੰਗਸ। ਕਿਸ ਤਰ੍ਹਾਂ ਸਰਕਮਸਟੈਂਸਸ ਫਾਰਮ ਕਰਦਾ ਸਾਨੂੰ ਨਹੀਂ ਪਤਾ ਲੱਗਦਾ ਹੈਗਾ, ਬਟ ਜਿਸ ਤਰ੍ਹਾਂ ਸਾਡੀ ਨੀਅਤ ਹੁੰਦੀ ਹੈ ਉਹਦੇ ਮੁਤਾਬਿਕ ਜਿਹੜੇ ਨੇ ਹਾਲਾਤ ਪੈਦਾ ਹੋ ਜਾਂਦੇ। ਹੁਣ ਇਹ ਹੈ ਕਿ ਅਸੀਂ ਹੁਣ ਰੋਜ਼ ਇਹ ਸ਼ਬਦ ਪੜ੍ਹ ਰਹੇ ਹਾਂ ਕਿ ਇਹ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੋਏ, ਜਲ ਮੈਂ ਜੰਤੂ ਪਾਏ ਕਿ ਤਿੰਨਾ ਪਿਰੋਜ਼ੀ ਦੇ, ਉੱਥੇ ਹੱਟ ਨਾ ਚੱਲੇ ਨਾ ਕੋ ਪਿਰਸ ਕਰੇ, ਜੀਆਂ ਦਾ ਆਹਾਰ ਜੀਏ। ਹੁਣ ਇਹ ਹੈ ਕਿ ਸਮੁੰਦਰ ਦੇ ਵਿੱਚ ਤੁਸੀਂ ਦੇਖੋ, ਮਤਲਬ ਉਹਦਾ ਅਰੇਂਜਮੈਂਟ ਤੁਸੀਂ ਦੇਖੋ ਜੀ, ਐਫੀਸ਼ੀਐਂਸੀ। ਇਹਨਾਂ ਚੀਜ਼ਾਂ ਦੇ ਨਾਲ ਸਾਡਾ ਵਿਸ਼ਵਾਸ ਬੜਾ ਵੱਧਦਾ ਹੈ ਕਿ ਸਿਰਫ ਇੱਥੋਂ ਤੱਕ ਹੀ ਨਹੀਂ, ਹਰ ਚੀਜ਼ ਵਿੱਚ ਵਿਸ਼ਵਾਸ ਵੱਧਦਾ ਕਿ ਹਰ ਚੀਜ਼ ਵਿੱਚ ਉਹਦਾ ਨਿਯਮ ਕੰਮ ਕਰ ਰਿਹਾ, ਉਹਦਾ ਕਾਨੂੰਨ ਕੰਮ ਕਰ ਰਿਹਾ, ਉਹ ਸਾਡਾ ਵਿਸ਼ਵਾਸ ਹੋਰ ਗਹਿਰਾ ਕਰਦਾ। ਤੁਸੀਂ ਇਹ ਦੇਖੋ ਕਿ ਹੁਣ ਉੱਥੇ ਉਹ ਕਹਿੰਦਾ ਕਿ ਨਾ ਤੇ ਕੋਈ ਹੱਡੀ ਹੈ, ਨਾ ਕੋਈ ਲੈਣਾ ਦੇਣਾ, ਨਾ ਉੱਥੇ ਕੋਈ ਹਲਵਾ ਰਿਹਾ, ਨਾ ਫਿਰ ਵੀ ਉੱਥੇ ਹੁਣ ਅਲਾਉਡ ਹੈ, ਇੱਕ ਨਿਯਮ ਬਣਾਇਆ ਕਿ ਜੀ ਜਿਹੜੇ ਨੇ ਜੀਵਾਂ ਤੇ ਪਾਲਣਾ ਨੇ। ਮੱਛੀ ਦੇ ਬਹੁਤ ਸਾਰੇ ਬੱਚੇ ਹੁੰਦੇ ਨੇ, ਮੱਛੀ ਆਪਣੇ ਬਹੁਤ ਸਾਰੇ ਬੱਚਿਆਂ ਨੂੰ ਖਾ ਲੈਂਦੀ ਹੈ, ਥੋੜੇ ਜਿਹੇ ਉਹਦੇ ਚੋਂ ਬਚਦੇ ਹੈਗੇ। ਸਿਮਿਲਰਲੀ ਤੁਸੀਂ ਦੇਖੋ, ਕਹਿੰਦੇ ਨੇ ਜਿਹੜਾ ਸੱਪ ਹੈ
ਇਹ ਐਟ ਏ ਟਾਈਮ 100 ਬੱਚਾ ਦਿੰਦਾ। ਹੁਣ ਉਹਨੂੰ ਨਹੀਂ ਪਤਾ ਸਪਨੇ ਨੂੰ ਕਿ ਮੇਰੇ ਬੱਚੇ ਨੇ, ਉਹ ਸਾਰੇ ਬੱਚੇ ਖਾ ਜਾਂਦੀ ਹੈ, ਉਹਦੇ ਵਾਸਤੇ ਫੂਡ ਹੈ। ਇੱਕ ਅੱਧ ਬੱਚਾ ਜਿਹੜਾ ਇੱਧਰ ਉੱਧਰ ਭੱਜ ਜਾਂਦਾ, ਦੌੜ ਜਾਂਦਾ। ਉਹ ਹੁਣ ਇਹ ਦੱਸੋ, ਜੇਕਰ ਇਹ ਪਰਮਾਤਮਾ ਇਹ ਨਿਯਮ ਨਾ ਬਣਾਏ ਤੇ ਤੁਸੀਂ ਕਿੰਨੇ ਸੱਪ ਜਿਹੜੇ ਨੇ ਹੋ ਜਾਣ। ਜੇਕਰ ਐਟ ਏ ਟਾਈਮ ਇੱਕ ਸੱਪਣੀ 100 ਬੱਚਾ ਦਿੰਦੀ ਹੈ, ਜੇ ਸਾਰੇ ਜਿੰਦਾ ਰਹਿਣ ਤਾਂ ਤੁਸੀਂ ਦੇਖੋ। ਪਰ ਕੁਦਰਤ ਨੇ ਨਿਯਮ ਹੀ ਇਸ ਤਰ੍ਹਾਂ ਦਾ ਬਣਾਇਆ, ਉਹਨੇ ਉਹਦੇ ਸਪਨੇ ਦੇ ਮਨ ਦੇ ਵਿੱਚ ਉਹ ਗੱਲ ਪਾ ਦਿੱਤੀ ਹੈ ਭਈ ਇਹਦੇ ਚ ਤੇਰਾ ਇਹਦੇ ਚ ਕੋਈ ਅਟਰੈਕਸ਼ਨ ਨਹੀਂ ਹੈਗੀ, ਤੇ ਉਹਨੂੰ ਇਮੀਡੀਏਟਲੀ ਫੂਡ ਜ਼ਰੂਰਤ ਹੁੰਦੀ, ਉਹ ਆਪਣੇ ਬੱਚੇ ਖਾ ਜਾਂਦੇ। ਸੋ ਅੱਗੇ ਹੁਣ ਉਹ ਲੈਂਦੇ ਨੇ ਕਿ ਵੀ ਜੇ ਇਹ ਸਭ ਕੁਝ ਹੀ ਉਹਨੂੰ ਚਿੰਤਾ ਹੈ, ਉਹ ਹੀ ਕਰ ਰਿਹਾ ਹੈ, ਫਿਰ ਤੇਰੀ ਡਿਊਟੀ ਕੀ ਬਣਦੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸਟ। ਹੁਣ ਜੇ ਸਾਰੀ ਚਿੰਤਾ ਉਹਦੇ ਕੋਲ ਹੀ, ਉਹੀ ਕਰ ਰਿਹਾ, ਉਹਨੇ ਆ ਰਿਹਾ ਸਾਰਾ, ਸਾਰੇ ਜੀਵਾਂ ਨੂੰ ਉਹ ਦੇ ਰਿਹਾ, ਆਪਣਾ ਸਮੁੰਦਰਾਂ ਵਿੱਚ ਵੀ ਦੇ ਰਿਹਾ, ਜੰਗਲਾਂ ਵਿੱਚ ਜਿਹੜੇ ਜਾਨਵਰ ਨੇ, ਦੇਖੋ ਜੰਗਲਾਂ ਵਿੱਚ ਜਿਹੜੇ ਜਾਨਵਰ ਨੇ ਉੱਥੇ ਕੋਈ ਉਹਨਾਂ ਦੇ ਵਾਸਤੇ ਖੁਰਾਕ ਹੈਗੀ ਹੈ, ਜਾਨਵਰ ਹੀ ਜਾਨਵਰ ਨੂੰ ਖਾ ਲੈਂਦਾ ਹੈ। ਹੁਣ ਤੁਸੀਂ ਡਿਸਕਵਰੀ ਦੇਖੀਏ ਕਿਸ ਤਰ੍ਹਾਂ ਐਡੀ ਵੱਡੀ ਮਤਲਬ ਬਹਿਸ ਹੁੰਦੀ ਹੈ ਤੇ ਉਹਨੂੰ ਸ਼ੇਰ ਕਿੰਨੇ ਤਰੀਕੇ ਨਾਲ ਮਾਰ ਲੈਂਦਾ ਹੈ, ਕਿਉਂਕਿ ਉਹਦੀ ਫੂਡ ਹੀ ਉਹ ਹੈਗੀ ਹੈ ਔਰ ਉਹਦੇ ਚ ਉਹਨੂੰ ਕੋਈ ਪਾਪ ਨਹੀਂ ਹੈਗਾ। ਇਹ ਨਿਯਮ ਹੈਗਾ ਕੁਦਰਤ ਦਾ, ਜੇ ਇਹ ਨਾ ਹੋਵੇ ਤੇ ਜੰਗਲ ਦੇ ਜਾਨਵਰ ਤੇ ਮਾਰ ਹੀ ਜਾਣ। ਸੋ ਉਹ ਜੇ ਇਨਸਾਨ ਇਹ ਕੰਮ ਕਰੇ ਉਹਨੂੰ ਅਲਾਉਡ ਨਹੀਂ, ਕਿਉਂ? ਉਹਨੂੰ ਰੱਬ ਨੇ ਅਕਲ ਦਿੱਤੀ ਹੈ, ਉਹਨੂੰ ਹਿੰਮਤ ਦਿੱਤੀ ਹੈ, ਉਹਨੂੰ ਇੱਕ ਬੜਾ ਇੱਕ ਇੰਟੈਲੀਜੈਂਸ ਦਿੱਤਾ ਹੈ ਜਿਹਦੇ ਨਾਲ ਕਿ ਉਹ ਬੜੇ ਤਰੀਕੇ ਨਾਲ, ਉਹ ਬੜੇ ਆਪਣਾ ਬਿਊਟੀਫੁਲ ਤਰੀਕੇ ਨਾਲ ਆਪਣਾ ਜੀਵਨ ਪਾਲ ਸਕਦਾ। ਬਟ ਉਹਨਾਂ ਜੀਵਾਂ ਨੂੰ ਕੋਈ ਐਸਾ ਫੀਲਿੰਗ ਨਹੀਂ ਕਿ ਮੈਂ ਕਿਸੇ ਨੂੰ ਮਾਰ ਰਿਹਾ ਹਾਂ, ਉਹ ਆਪਣਾ ਹੱਕ ਸਮਝਦੇ ਨੇ। ਸੋ ਜੇ ਉਹ ਸਾਰੇ ਜੀਵਾਂ ਦਾ ਫਿਕਰ ਕਰਦਾ, ਤੂੰ ਕਿਉਂ ਕਰਨਾ? ਤੂੰ ਆਪਣਾ ਫਿਕਰ ਨਾ ਕਰ, ਤੂੰ ਕੀ ਕਰ, ਤੇਰੀ ਕੀ ਡਿਊਟੀ ਹੈ, ਇਹ ਜੀਵਨ ਤੈਨੂੰ ਕਿਸ ਲਈ ਮਿਲਿਆ। ਸਤ ਸੰਗਤ ਦੀ ਬੜੀ ਇੰਪੋਰਟੈਂਸ ਹੈ। ਸਾਰਾ ਜਿਹੜਾ ਗੁਰਬਾਣੀ ਜਿਹੜੀ ਇਹ ਸਾਨੂੰ ਹਰ ਕਦਮ ਤੇ ਇਹ ਦੱਸ ਰਹੀ ਹੈ, ਇਹ ਤੇਰਾ ਜਿਹੜਾ ਤਰੀਕਾ ਹੈ, ਤੂੰ ਇਹ ਗਿਆਨ ਹਾਸਲ ਕਿਵੇਂ ਕਰਨਾ ਹੈ, ਗਿਆਨ ਤੇਰੇ ਅੰਦਰ ਕਿਵੇਂ ਜਾਣਾ, ਇਹਦੇ ਵਾਸਤੇ ਸਤ ਸੰਗਤ ਬੜੀ ਜ਼ਰੂਰੀ ਹੈ। ਸਾਧ ਸੰਗਤ, ਸਤ ਸੰਗਤ। ਸਤ ਸੰਗਤ ਮੀਨਸ ਸਤ ਦੀ। ਹੁਣ ਅਸੀਂ ਗੁਰਦੁਆਰੇ ਜਾਂਦੇ ਹਾਂ, ਉੱਥੇ ਕੀ ਹੁੰਦਾ ਹੈ? ਉੱਥੇ ਸਤ ਦੇ ਵਿਚਾਰ ਹੁੰਦੇ। ਸਾਧ ਸੰਗਤ, ਸਾਧ ਜਿਹੜੇ ਕਿ ਸਾਧਨਾ ਕਰਨ ਵਾਲੇ ਨੇ, ਜਿਹੜੇ ਪ੍ਰੈਕਟਿਸ ਕਰਨ ਵਾਲੇ ਨੇ, ਜਿਹੜੇ ਸਤਸੰਗ ਕਰਨ ਵਾਲੇ ਨੇ, ਜਿਹੜੇ ਸਤਸੰਗ ਸੁਣਨ ਵਾਲੇ ਨੇ, ਉਹ ਸਾਧ ਨੇ। ਸਤ ਸੰਗਤ ਜਿੱਥੇ ਸਤ ਦੀ ਵਿਚਾਰ ਹੁੰਦੀ, ਉਹ ਸਤ ਦੀ ਸੰਗਤ। ਇਹ ਕੁਦਰਤੀ ਗੱਲ ਹੈ, ਜਦੋਂ ਅਸੀਂ ਸੰਗਤ ਦੇ ਵਿੱਚ ਬੈਠੇ ਹੁੰਨੇ ਆ, ਸਾਡਾ ਧਿਆਨ ਪੂਰਾ ਉਹਦੇ ਵਿੱਚ ਹੁੰਦਾ, ਨਹੀਂ ਤੇ ਸਾਡਾ ਧਿਆਨ ਨਹੀਂ ਉਹਦੇ ਵਿੱਚ ਹੁੰਦਾ। ਕਿਉਂ? ਇੱਕ ਤੇ ਸਾਡਾ ਧਿਆਨ ਵਿਖਰਿਆ ਹੁੰਦਾ, ਦੂਸਰਾ ਉੱਥੇ ਸਤ ਦਾ ਗਿਆਨ ਨਹੀਂ ਹੁੰਦਾ। ਸਤ ਦੇ ਗਿਆਨ ਵਿੱਚ ਬੜੀ ਸ਼ਕਤੀ ਹੈ, ਬੜੀ ਖਿੱਚ ਹੈ, ਬੜੀ ਅਟਰੈਕਸ਼ਨ। ਜਿਉਂ ਹੀ ਸਤ ਦਾ ਗਿਆਨ ਸ਼ੁਰੂ ਹੁੰਦਾ ਹੈ, ਤੁਸੀਂ ਕਿਸੇ ਵੇਲੇ ਦੇਖੋ ਕਿ ਅੱਜ ਮੈਂ ਸਵੇਰ ਦੀ ਤੁਹਾਨੂੰ ਗੱਲ ਦੱਸਣੀ ਆ ਕਿ ਮੈਂ ਸਵੇਰੇ ਫ੍ਰੀ ਮੌਨ ਤੋਂ ਸੁਣ ਰਹੀ ਸੀ, ਕੀਰਤਨ ਸੁਣ ਰਹੀ ਸੀ। ਉਹ ਕਿਸੇ ਤਰ੍ਹਾਂ ਫੇਸਬੁੱਕ ਤੇ ਸੀ, ਤੇ ਫੇਸਬੁੱਕ ਤੋਂ ਉਹ ਚੇਂਜ ਹੋ ਕੇ ਪਾਕਿਸਤਾਨ ਟੀਵੀ ਨਾਲ ਲੱਗ ਗਿਆ, ਤੇ ਉਹ ਮੈਂ 1 ਮਿੰਟ ਬੰਦ ਨਹੀਂ ਕੀਤਾ। ਇੰਨੀ ਖਿੱਚਵੀਂ ਆਵਾਜ਼ ਸੀ ਉਸ ਲੜਕੀ ਦੀ, ਇੰਨਾ ਉਹਦੇ ਵਿੱਚ ਸੋਚ ਸੀ ਕਿ ਮੈਂ ਬੰਦ ਨਹੀਂ ਕਰ ਸਕੀ। ਮੈਂ ਕਿਹਾ ਮੈਂ ਸੁਣਾ। ਜਦੋਂ ਮੈਂ ਸੁਣਿਆ ਤੇ ਉਹਦੇ ਵਿੱਚ ਕੀ ਸੀ, ਕਹਿੰਦੀ ਏ, ਬੰਦਿਆ ਤੂੰ ਸੋਹਣੀ ਜਿਹੀ ਔਰਤ ਨੂੰ ਵੇਖ ਕੇ ਉਹਦੇ ਰੂਪ ਤੇ ਆਸ਼ਿਕ ਹੋ ਰਿਹਾ, ਉਹਦੇ ਰੂਪ ਨੂੰ ਤੂੰ ਸਲਾ ਰਿਹਾ, ਤੂੰ ਉਹਦੇ ਰੂਪ ਨੂੰ ਨਾ ਸਲਾ, ਜਿਹੜਾ ਇਸ ਰੂਪ ਨੂੰ ਦੇਣ ਵਾਲਾ ਹੈ ਤੂੰ ਉਹਨੂੰ ਸਲਾ।
मैं हैरान हो गई कि हुण ये ते बाई चांस ही आया, मैं ते कुछ नहीं कीता। लेकिन किस तरह परमात्मा तुहानू सुझाव भी ਉਹੀ ਦਿੰਦਾ ਜਿਹੜਾ ਤੁਹਾਨੂੰ ਚਾਹੀਦਾ ਹੈਗਾ। पर एक होर मतलब होर वहम दूर होया कि सारे धर्म, सारे इंसान, सब दे विच ही परमात्मा वस रहा है, सब दे अंदर वो डिविनिटी है। तो सब दे अंदर है, सब हर आदमी अपने अपने तरीके नाल ओनू याद कर रहा, पर साडे तरीके वखरे वखरे ने। जेड़ा किसी नू अपील करदा है ओही तरीका जेड़ा है वो ठीक है। सो सत्संगत दा जेड़ा बहुत ज्यादा महानता है कि सत दी संगत, संगत विच बैठो, ध्यान लगाओ, सुनो। अगे वो कहंदे ने कि किन्ना ओदा लाभ किन्ना हुंदा है। गुर प्रसाद परम पद पाया सूके कास टरिया। जे उदों असीं ध्यान दे नाल सुनने आ ते गुरु भी कृपा करदा। गुरु भी जेड़ा है वो अपना प्रसाद की है, कृपा प्रसाद। ओदी कृपा जेहड़ी है साडा जिन्ना फिर ध्यान लगदा है, जिन्ना असीं गहराई विच जांदे आ, जिन्ना साडे जीवन विच आंदा है, ओनी गुरु होर कृपा करदा है। परम पद, हुण परम पद खैर बड़ी उच्ची अवस्था है, लेकिन एक चीज जरूर है कि जदों असीं प्रैक्टिस करदे करदे, सत्संग करदे, साध संग करदे, सुणदे, कीर्तन सिमरन विचार सब कुछ सुनदे सुनदे उच्चियां अवस्थावां ते जाने आ, ओनू परम पद कहा गया। मतलब परम सब तो उच्ची अवस्था परमेश्वर, परम पिता, मतलब जेड़ा सब तो उच्चा है, जेड़ा महान है। तो करदियां करदियां सत्संगत करदियां करदियां साध संगत करदियां करदियां हौली हौली इंसान अखीर ते उस अवस्था विच पहुंच जांदा है जिन्हों परम पद पाया। हुण अगे उन्हां क्या सूके कास्ट हरिया, ते जेड़ी सुक्की हुई लकड़ी है वो भी हरी हो जाती। कास्ट माने लकड़ी, जेड़ी सुक्की हुई लकड़ी है वो भी हरी हो जाती है। मीनस कि वो इंसान जिन्हां ने के कदी परमात्मा दा नाम नहीं लिया, माया विच रुझे होए ने, वो भी जेकर शुरू परमात्मा सत्संग विच जाना शुरू कर देण, उन्हां दे उत्ते भी कृपा हुंदी है। ते जिस तरह सुक्की लकड़ी हरी हो जाती है, इस तरह ही जेड़े नाम जपण वाले ने वो भी जदों इधर लग जाण ते उन्हां दे ओ मतलब सुक्की लकड़ी वांग वो भी हरे, मतलब कि उन्हां दे अंदर भी वो जेड़ी है परमात्मा दी भावना अमृत वर्षा जेड़ी होनी शुरू हो जाए। जनन पिता लोक सुत बनता कोई न किसकी तरया। हुण इहदे विच अगे ओ सानू होर नवां नवां आइडिया दे रहे ने। जनन मां पिता, पिता लोक रिश्तेदार सुत बच्चा बनता बीवी, किसे दा भी तुहानू आसरा नहीं है। एक्चुअली आसरा देना भी चाहन तां भी नहीं हो सकता आसरा, क्योंकि जदों बच्चे बंदे दा अंत आंदा उदों ते कोई आसरा नहीं दे सकता। लेकिन जीवन दे विच भी कई बारी ये रिश्ते जेड़े हैगे ने ये तुहानू वो सहारा नहीं देंदे जेड़ा तुहानू सहारा परमात्मा वल्लों मिलदा। हुण की है कि असीं जीवन दे विच क्यों इन्ना ज्यादा जेड़ा है माया दे विच रुझे रहने, इन्ना कमाने अपने परिवार वास्ते, ਉਹ ਜਿਨ੍ਹਾਂ ਵਾਸਤੇ ਕਿ ਨਾ ਬਹੁ ਪ੍ਰਪੰਚ ਕਰ ਪਰ ਤਨ ਲਿਆਵੇ ਸੁਤਦਾਰਾ पे आन लिटावे मन मेरे भूली कपट ना कीजे अंत ने वीरा तेरे जी पहले जे। सो जे अंत ਨੂੰ ਤੇਰੇ ਤੇ ਹੀ ਆਣਾ ਹੈ, ਇਹ ਸਭ ਕੁਝ ਜਿਹੜਾ ਹੈਗਾ ਇਹਨਾਂ ਨੇ ਕਿਸੇ ਨੇ ਤੇਰੇ ਨੇੜੇ ਨਹੀਂ ਆਣਾ, ਤੇ ਇਹ ਤੂੰ ਪਹਿਲਾਂ ਹੀ ਸੋਚ ਲੈ। ਇਹ ਸੋਚ ਨਹੀਂ ਆਂਦੀ। ਮਾਇਆ ਬੜੀ ਡਾਢੀ, ਬੜੀ ਅਟਰੈਕਸ਼ਨ ਮਾਇਆ ਦੀ, ਬੜੀ ਖਿੱਚ। सौखा भी तरीका परमात्मा लगना बड़ा औखा तरीका है, लेकिन खन्यो तिखी वालों ने की। सो बहुत ध्यान जेड़ा इंसान दा है वो परिवार वाल, अपने वाल,
ਇੱਕ ਸੁਖੀ ਜੀਵਨ ਵੱਲ, ਆਸਾਨ ਜੀਵਨ ਵੱਲ ਰਹਿੰਦਾ। ਲੇਕਿਨ ਜਦੋਂ ਹੋਸ਼ ਆਂਦੀ ਏ, ਉਸ ਵੇਲੇ ਬੰਦਾ ਜਿਹੜਾ ਹੈ ਲੱਗਦਾ ਔਰ ਪਛਤਾਉਂਦਾ ਵੀ ਹੈ। ਤੁਹਾਨੂੰ ਪਤਾ ਜਿਹਨੇ ਇਹ ਰਾਮਾਇਣ ਲਿਖੀ ਸੀ ਕਿਆਂ ਨੇ, ਸਦਾ ਬਾਲਮੀਕੀ। ਤੁਹਾਨੂੰ ਪਤਾ ਬਾਲਮੀਕੀ ਤੇ ਡਾਕੂ ਸੀ, ਤੇ ਉਹ ਡਾਕੇ ਮਾਰਦਾ ਹੁੰਦਾ ਸੀ, ਤੇ ਉਹਨੂੰ ਕਿੰਨੇ ਪੁੱਛਿਆ, ਮੈਨੂੰ ਯਾਦ ਨਹੀਂ ਆ ਰਿਹਾ, ਕਿ ਕਿਆ ਤੂੰ ਇਸ ਤਰ੍ਹਾਂ ਕਰ, ਸ਼ਾਇਦ ਬੁੱਧਾ ਨੂੰ, ਜਾਂ ਮੈਨੂੰ ਅੱਛੀ ਤਰ੍ਹਾਂ ਯਾਦ ਨਹੀਂ, ਉਹਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ, ਜੋ ਇਹਨੇ ਡਾਕੇ ਮਾਰਨਾ, ਸਭ ਕੁਝ ਕਰਨਾ, ਕਾਹਦੇ ਵਾਸਤੇ? ਕਹਿੰਦਾ ਪਰਿਵਾਰ ਵਾਸਤੇ। ਉਹਨੇ ਕਿਹਾ ਅੱਛਾ ਕੋਈ ਗੱਲ ਨਹੀਂ, ਤੂੰ ਇਸ ਤਰ੍ਹਾਂ ਕਰ, ਮੈਨੂੰ ਵੀ ਡਾਕਾ ਮਾਰ ਲਿਆ, ਪਰ ਪਹਿਲਾਂ ਘਰ ਜਾ ਕੇ ਪੁੱਛ ਕੇ ਆ, ਤੇ ਇਹ ਜਿਹੜਾ ਮੈਂ ਸਭ ਕੁਝ ਤੁਹਾਡੇ ਵਾਸਤੇ ਕਰ ਰਿਹਾ ਵਾਂ, ਕੱਲ ਨੂੰ ਤੁਸੀਂ ਮੇਰਾ ਸਾਥ ਦਿਓਗੇ, ਮੇਰੇ ਪਾਪਾ ਜੀ ਮੇਰਾ ਸਾਥ ਦਿਓਗੇ? ਉਹ ਘਰ ਗਿਆ ਪੁੱਛਣ, ਪਰਿਵਾਰ ਨੇ ਕਿਹਾ ਕਿਉਂ, ਅਸੀਂ ਕਿਉਂ ਤੇਰਾ ਸਾਥ ਦੇ, ਅਸੀਂ ਬਿਲਕੁਲ ਸਾਥ ਨਹੀਂ ਦਿਆਂ। ਉਹਨੂੰ ਇੰਨੀ ਸਟਰੋਂਗ ਰਿਅਲਾਈਜੇਸ਼ਨ ਹੋਈ, ਉਹਨੇ ਇੱਕਦਮ ਉਹ ਛੱਡ ਕੇ, ਤੁਸੀਂ ਦੇਖੋ ਉਹ ਕਿੰਨਾ ਵੱਡਾ ਰਿਸ਼ੀ ਬਣ ਗਿਆ। ਇੰਨੀ ਵੱਡੀ ਉਹਨੇ ਇੰਨੀ ਸੋਹਣੀ ਰਾਮਾਇਣ ਲਿਖੀ, ਜਿਹੜੀ ਕਿ ਸਾਰੀ ਦੁਨੀਆ ਪੜ੍ਹਦੀ ਹੈ, ਔਰ ਬਾਲਮੀਕੀ ਦਾ ਨਾਂ ਜਿਹੜਾ ਯਾਦ ਕਰਦੀ ਹੈ। ਮਤਲਬ ਇਹ ਜਿਹੜਾ ਗਿਆਨ ਹੈ, ਕਿ ਹੁਣ ਬਾਣੀ ਸਾਰੀ ਗੁਰੂ ਤੇਗ ਬਹਾਦਰ ਜੀ ਤੇ ਬਾਣੀ ਤੇ ਸਾਰੀ ਇਹੀ ਕਹਿ ਰਹੀ ਹੈ, ਔਰ ਬਾਣੀ ਸਾਰੀ ਤੇ ਇਹੀ ਕਹਿ ਰਹੀ ਹੈ ਕਿ ਅੰਤ ਵੇਲੇ ਤੇਰਾ ਕਿਸੇ ਨੇ ਨਾਲ ਜਾਣਾ। ਉਹ ਇੱਕ ਦਿਨ ਮੈਂ ਕੋਟ ਕੀਤਾ ਸੀ, ਕੋਈ ਆਦਮੀ ਸੀ, ਉਹਨੂੰ ਸੁਪਨਾ ਆਇਆ ਕਿ ਮੈਂ स्वर्ग ਵਿੱਚ ਚਲਾ ਗਿਆ। ਉਹਨੇ ਬੜਾ ਪੈਸਾ ਕਮਾਇਆ ਸੀ, ਮੈਂ स्वर्ग ਵਿੱਚ ਚਲਾ ਗਿਆ ਤੇ ਮੈਂ ਆਪਣਾ ਪੈਸਾ ਸਾਰਾ ਨਾਲ ਲੈ ਗਿਆ। ਉੱਥੇ ਜਾ ਕੇ ਉਹਨੇ ਜਾ ਕੇ ਜਿਹੜੇ ਉੱਥੇ ਧਰਮਰਾਜ ਦੇ ਦੂਤ ਸੀ, ਉਹਨਾਂ ਨੂੰ ਕਿਹਾ ਕਿ ਮੇਰਾ ਪੈਸਾ ਜਿਹੜਾ ਸੰਭਾਲ ਦੇ। ਉਹਨਾਂ ਨੇ ਉਹਦਾ ਪੈਸਾ ਅਲਮਾਰੀ ਸੰਭਾਲ ਲਿੱਤਾ। ਉਸ ਤੋਂ ਬਾਅਦ ਉਹਨੇ ਕਿਹਾ ਮੇਰੇ ਕੋਲ ਬੜੇ ਪੈਸੇ ਨੇ, ਉਹਨੇ ਬੜੀ ਸ਼ਾਪਿੰਗ ਕੀਤੀ, ਬੜਾ ਸਾਰੇ ਸਮਾਨ ਖਰੀਦਿਆ। ਸਮਾਨ ਖਰੀਦ ਕੇ ਉਹਨੇ ਕਿਹਾ ਕਿ ਮੇਰਾ ਬੈਗ ਕੱਢ, ਮੈਂ ਪੈਸੇ ਦੇ। ਉਹਨੇ ਪੈਸੇ ਦੇਣ ਲੱਗਾ, ਦਿੱਤੇ, तो कहते ने कि ए सिक्का ते इत्थे नहीं चलदा हैगा, ये ते सिक्का जिहड़ा हैगा है ये साडे मतलब नहीं इत्थों दा हैगा। ਉਹਨੂੰ ਜਾਗ ਆਈ ਸੁਪਨੇ ਤੋਂ, ਸੋਚਦਾ ਹੈ ਕਿ ਸੱਚਮੁੱਚ ਇਹ ਜੋ ਮੇਰਾ ਇੰਨਾ ਪੈਸਾ ਹੈ, ਸਭ ਕੁਝ, ਇਹ ਜਦੋਂ ਮੈਂ ਇੱਥੇ ਛੱਡ ਕੇ ਜਾਵਾਂਗਾ, ਉੱਤੇ ਜਾ ਕੇ ਤੇ ਇਹ ਨਾਲ ਕੁਝ ਵੀ ਨਹੀਂ ਜਾਣਾ। ਜੇ ਚਲਾ ਵੀ ਜਾ ਤਾਂ ਉੱਥੇ ਤੇ ਸਿੱਕਾ ਚੱਲਦਾ ਹੀ ਨਹੀਂ। ਉੱਥੇ ਕੀ ਚੱਲਦਾ ਹੈ? ਉੱਥੇ ਤੇ ਮੇਰੇ ਕਰਮਾਂ ਦਾ ਸਿੱਕਾ ਹੀ ਚੱਲਣਾ ਹੈਗਾ। ਤੋ ਦੈਨ ਇਹ ਜਿਹੜੀ ਚੀਜ਼ ਸੀ ਉਹਦੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਚੇਂਜ ਲੈ ਕੇ ਆਏ। ਤੁਸੀਂ ਉਹਦੀ ਨਰਪਤ ਦੀ ਕਹਾਣੀ ਸੁਣੀਆਂ ਨਾ, ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਕਹਾਣੀਆਂ ਨੇ ਜਿਹੜੀਆਂ ਕਿ ਦੱਸਦੀਆਂ ਨੇ ਕਿ ਬੰਦੇ ਨੂੰ ਹੋਸ਼ ਕਿਵੇਂ ਆਉਂਦੀ ਹੈ। ਤਾਈਓ ਤੇ ਕਿਹਾ ਨਾ, ਦੁੱਖ ਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮੈ ਨਾ ਹੋਏ। ਕਿ ਦੁੱਖ ਜਦੋਂ ਆਉਂਦਾ ਹੈ, ਸੁੱਖ ਵੀ ਸਾਨੂੰ ਬਿਲਕੁਲ ਯਾਦ ਨਹੀਂ ਆਉਂਦਾ। ਉਹ ਕਹਿੰਦੇ ਨੇ ਕਿ ਬਈ दुख में सिमरन सब करे, सुख में करे ना कोई, जो सुख में सिमरन करे तो दुख काहे को होए। दुख दे विच मैं देखिया है, मेरा ते अपना एक्सपीरियंस है, जो दुख दे विच मतलब खुलदे ने तुहाडे किवाड़, ਉਹ ਸੁੱਖ ਵਿੱਚ ਨਹੀਂ ਖੁੱਲਦੇ। ਸੁੱਖ ਵਿੱਚ ਅਸੀਂ ਕਦੀ ਸੋਚਦੇ ਹੀ ਨਹੀਂ। ਕਦੀ ਆਰਾਮ ਨਾਲ ਬੈਠ ਕੇ ਥੋੜੀ ਦੇਰ ਅਸੀਂ ਅਲੱਗਾ ਬੈਠ ਕੇ ਸੋਚੀਏ ਕਿ ਇਹ ਜੀਵਨ ਹੈ ਕੀ ਕਰ ਰਹੇ ਹਾਂ, ਕਿ ਅਸੀਂ ਠੀਕ ਕਰ ਰਹੇ ਹਾਂ, ਕਿੰਨਾ ਕੁ ਧਿਆਨ ਮੇਰਾ ਪਾਠ ਵਿੱਚ ਲੱਗ ਰਿਹਾ ਹੈ, ਕਿੰਨਾ ਕੁ ਮੇਰੇ ਜੀਵਨ ਵਿੱਚ ਆਇਆ। ਸਾਡੇ ਕੋਲ ਜਦੋਂ ਸੁੱਖ ਹੋਵੇ ਸਾਨੂੰ ਕਦੇ ਧਿਆਨ ਹੀ ਨਹੀਂ ਆਉਂਦਾ। ਅਸੀਂ ਸੋਚਦੇ ਹਾਂ ਕਿ ਸਭ ਠੀਕ ਹੈ, ਸਭ ਪਰਮਾਤਮਾ ਦਾ ਦਿੱਤਾ, ਇਹਨੂੰ ਇੰਜੋਏ ਕਰ। ਲੇਕਿਨ ਜਦੋਂ ਦੁੱਖ ਆਉਂਦਾ ਹੈ, ਫਿਰ ਇੱਕ ਬੜੀ ਡੂੰਘੀ ਸੋਚ ਆਉਂਦੀ ਹੈ। ਮੈਨੂੰ ਤੇ ਦੁੱਖ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਮੈਨੂੰ ਕਦੀ ਭੁੱਲਦਾ ਨਹੀਂ। ਇਹਨੇ ਕਹਿੰਦੀ ਕਿ ਦੁਨੀਆ ਨੂੰ ਦੁੱਖ ਹੀ ਜ਼ਰੂਰ ਹੋਵੇ, ਪਰ ਮੈਂ ਇਹ ਦੇਖਿਆ
ਕਿ ਦੁੱਖ ਵਿੱਚ ਜਿੰਨੀ ਗਹਿਰੀ ਤੁਹਾਡੀ ਜਾਗ ਖੁੱਲਦੀ ਹੈ, ਸੁੱਖ ਵਿੱਚ ਨਹੀਂ ਖੁੱਲਦੀ। ਸੋ ਇਸ ਕਰਕੇ ਇਹ ਤੇ ਨਹੀਂ ਕਿ ਸਾਨੂੰ ਦੁੱਖ ਹੀ ਜ਼ਰੂਰ ਆਏ, ਪਰ ਇਹ ਵੇ ਕਿ ਗੁਰਬਾਣੀ ਸਾਨੂੰ ਯਾਦ ਕਰਾਉਂਦੀ ਬਾਰ-ਬਾਰ। ਗੁਰੂ ਤੇਗ ਬਹਾਦਰ ਜੀ ਨੇ ਇੰਨਾ ਜ਼ਿਆਦਾ ਯਾਦ ਕਰਾਇਆ, ਜਿਹਦਾ ਹਿਸਾਬ ਹੀ ਨਹੀਂ। ਅਸੀਂ ਗੁਰਬਾਣੀ ਰੋਜ਼ ਪੜ੍ਹਨੇ ਔਰ ਯਾਦ ਵੀ ਕਰਨੇ ਆ, ਤਾਂ ਹੌਲੀ ਹੌਲੀ ਖੈਰ ਇਹਨਾਂ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਹੈ, ਪੜ੍ਹਨ ਦਾ, ਸੁਣਨ ਦਾ, ਕਿ ਉਹ ਯਾਦ ਜਿਹੜੀ ਪੱਕੀ ਹੁੰਦੀ ਜਾਂਦੀ ਔਰ ਤਬਦੀਲੀ ਤੇ ਅੰਦਰ ਆਉਂਦੀ ਹੈ। ਐਸੀ ਗੱਲ ਨਹੀਂ, ਤਬਦੀਲੀ ਆਉਂਦੀ ਜਾਂਦੀ, ਪਰ ਵੀ ਸ਼ੁਡ ਕੰਟੀਨਿਊ ਵਿਦ ਦਿਸ, ਤਾਂ ਕਿ ਤਬਦੀਲੀ ਜਿਹੜੀ ਹੋਰ ਵੱਧਦੀ ਜਾਏ। ਅੱਗੇ ਵੇ ਸਿਰ ਸਿਰ ਰਿਜਕ ਸੰਭਾਏ ਠਾਕੁਰ, ਕਾਹੇ ਮਨ ਭਉ ਕਰਿਆ, ਊਡੇ ਊਡ ਆਵੇ ਸੈ ਕੋਸਾ, ਤਿਸ ਪਾਛੇ ਬਚਰੇ ਛਰਿਆ, ਦਿਨ ਕਵਣ ਖਿਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਇਹ ਅਸੀਂ ਤਿੰਨੋਂ ਜਿਹੜੀਆਂ ਨੇ ਤੁਕਾਂ ਇਕੱਠੀਆਂ ਲੈ ਲੈਣੇ, ਕਿਉਂਕਿ ਇਹ ਸਾਰੀਆਂ ਆਪਸ ਵਿੱਚ ਕੰਸਰਨਡ ਹੈਗੀਆਂ। ਹੁਣ ਇਹ ਤੇ ਅਸੀਂ ਪਹਿਲਾਂ ਵੀ ਡਿਸਕਸ ਕਰ ਰਹੇ ਹਾਂ ਕਿ ਸਿਸ ਰਿਜਕ ਸੰਭਾਏ ਠਾਕੁਰ, ਕਾਹੇ ਮਨ ਭਉ ਕਰਿਆ। ਤੇਰੇ ਵਾਸਤੇ ਤਾਂ ਜਦੋਂ ਤੂੰ ਪੈਦਾ ਹੋਇਆ ਸੀ, ਉਹਨੇ ਹਰ ਸਿਰ ਦੇ ਉੱਤੇ, ਮਤਲਬ ਹਰ ਇਨਸਾਨ, ਜੋ ਵੀ ਜੀਵ ਜੰਤੂ ਵੀ ਪੈਦਾ ਕੀਤਾ ਸੀ, ਉਹਦੇ ਵਾਸਤੇ ਵੀ ਉਹਨੇ ਰਿਜਕ ਜਿਹੜਾ ਉਹ ਪਹਿਲਾਂ ਹੀ ਜਿਹੜਾ ਲਿਖ ਦਿੱਤਾ ਸੀ। ਹੁਣ ਉਹ ਅੱਗੇ ਮਿਸਾਲ ਦਿੰਦੇ ਨੇ, ਊਡ ਊਡਾਵੇ ਸੈ ਕੋਸਾ, ਤਿਸ ਪਾਛੇ ਬਚਰੇ ਛਰਿਆ। ਇੱਥੇ ਉਹ ਮਿਸਾਲ ਦਿੰਦੇ ਨੇ ਕੂੰਜਾਂ ਦੀ। ਸਰਦੀਆਂ ਦੇ ਮੌਸਮ ਵਿੱਚ ਜਦੋਂ ਬਹੁਤ ਠੰਡ ਹੁੰਦੀ ਹੈ, ਤੇ ਕੈਨੇਡਾ ਤੋਂ ਜਿਹੜੀਆਂ ਕੂੰਜਾਂ ਨੇ ਉਹ ਉੱਡ ਕੇ ਮੈਦਾਨਾਂ ਵੱਲ ਜਾਂਦੀਆਂ, ਪਿੱਛੇ ਉਹਨਾਂ ਦੇ ਬੱਚੇ ਉਹਨਾਂ ਦੇ ਆਲਣਿਆਂ ਵਿੱਚ ਹੁੰਦੇ ਹੈਗੇ। ਹੁਣ ਜਦੋਂ ਆਲਣਿਆਂ ਬੱਚਿਆਂ ਦੇ ਉਹਨਾਂ ਨੂੰ ਛੱਡ ਕੇ ਆਉਂਦੀਆਂ ਨੇ, ਇੰਨਾ ਲੰਬਾ ਸਫ਼ਰ ਉਹ ਕਰਦੀਆਂ ਨੇ, ਪਰ ਰਸਤਾ ਸਾਰਾ ਉਹ ਉਹਨਾਂ ਨੂੰ ਯਾਦ ਕਰਦੀਆਂ ਆਉਂਦੀਆਂ। ਮਨ ਮੈਂ ਸਿਮਰਨ ਕਰਿਆ, ਇਹ ਐਕਚੁਅਲੀ ਸਾਨੂੰ ਯਾਦ ਕਰਾ ਰਹੇ ਹੈਗੇ ਨੇ ਸਿਮਰਨ ਦਾ, ਕਿ ਸਿਮਰਨ ਅਸੀਂ ਜੋ ਮਰਜ਼ੀ ਵੀ ਕਰਦੇ ਰਹੀਏ, ਸਿਮਰਨ ਅਸੀਂ ਜਿਹੜਾ ਉਹਦਾ ਜਿਹੜਾ ਨਾਲੋਂ ਨਾਲ ਕਰਨਾ। ਮਨ ਮੈਂ ਸਿਮਰਨ ਕਰਿਆ, ਤਿਨ ਕਮਣ ਖਿਲਾਵੇ ਕਮਣ ਚੁਗਾਵੇ, ਮਨ ਮੈਂ ਸਿਮਰਨ ਕਰੇ। ਸੋ ਜਦੋਂ ਉਹ ਫਿਰ ਕਹਿੰਦੇ ਨੇ ਕੂੰਜ ਆਂਦੀ ਏ, ਇੱਥੇ ਆਂਦੀ ਹੈ, ਤੇ ਇੱਥੇ ਆ ਕੇ ਉਹਨੂੰ ਚੂਗਾ ਮਿਲਦਾ ਹੈ, ਤੇ ਜਿਹੜਾ ਚੋਗਾ ਜਦੋਂ ਖਾਂਦੀ ਏ, ਤੇ ਉਸ ਤੋਂ ਬਾਅਦ ਉਹਦੇ ਅੰਦਰ ਇੱਕ એનર્ਜੀ ਪੈਦਾ ਹੁੰਦੀ ਹੈ, ਇੱਕ ਸ਼ਕਤੀ ਪੈਦਾ ਹੁੰਦੀ। ਇਹ ਪ੍ਰਮਾਤਮਾ ਦਾ ਕਾਨੂੰਨ, ਇਹ ਪ੍ਰਮਾਤਮਾ ਨੇ ਕਾਨੂੰਨ ਬਣਾਏ ਨੇ ਹਰ ਚੀਜ਼ ਦੇ। ਇਹ ਨਹੀਂ ਕਿ ਅਸੀਂ ਕੋਟ ਕਰ ਰਹੇ ਹਾਂ, ਕਿਉਂਕਿ ਉਹਨੇ ਜਦੋਂ ਇਹ ਕਾਨੂੰਨ ਬਣਾਇਆ ਕਿ ਕੂੰਜ ਨੇ ਉੱਡ ਕੇ ਇੱਧਰ ਆਣਾ, ਤੇ ਉਹਦੇ ਬੱਚਿਆਂ ਨੂੰ ਮਰਨ ਤੇ ਨਹੀਂ ਨਾ ਦੇਣਾ ਪ੍ਰਮਾਤਮਾ ਨੇ, ਉਹਦੇ ਵਾਸਤੇ ਉਹਨੇ ਕਾਨੂੰਨ ਬਣਾਇਆ। ਉਹ ਜਦੋਂ ਖਾਣਾ ਖਾਂਦੀ ਏ, ਤੇ ਉਹਦੀ ਜਿਹੜੀ એનર્ਜੀ ਏ ਉਹ ਉਹਦੇ ਬੱਚਿਆਂ ਨੂੰ ਪਹੁੰਚੇ। ਵੈਰੀ ਸਾਇੰਟਿਫਿਕ, ਇਹ ਨਹੀਂ ਕਿ ਵੀ ਕੋਈ ਬਲਾਈਂਡ ਫੇਥ ਹੈ, ਇਟਸ ਵੈਰੀ ਸਾਇੰਟਿਫਿਕ। ਇਹਦੇ ਤੋਂ ਸਾਨੂੰ ਇੱਕ ਹੋਰ ਬੜਾ ਵੱਡਾ ਲੈਸਨ ਮਿਲਦਾ, ਜਿਹੜਾ ਕਿ ਅਸੀਂ ਆਪਣੇ ਜੀਵਨ ਵਿੱਚ ਉਹਨੂੰ ਬੜੀ ਅੱਛੀ ਤਰ੍ਹਾਂ ਢਾਲਣਾ ਹੈ, ਕਿਉਂਕਿ ਜੇਕਰ ਉਹ ਚੀਜ਼ ਸਾਡੀ ਬੜੀ ਗਹਿਰਾਈ ਵਿੱਚ ਚਲੀ ਜਾਏ, ਤੇ ਫਿਰ ਕੀ ਹੈ ਕਿ ਸਾਡਾ ਜਿਹੜਾ ਅਸੀਂ ਕਹਿੰਦੇ ਮਨ ਬਚ ਕਰਮ, ਥੋਟ ਵਰਡ ਡੀਡ, ਉਹਦੇ ਵਿੱਚ ਬੜਾ ਚੇਂਜ ਆ ਜਾਏ। ਕਿ ਜੇਕਰ ਤੁਸੀਂ ਦੇਖੋ ਕਿ ਉਹਦੇ ਸਿਮਰਨ ਕਰਨ ਦੇ ਨਾਲ, ਸਿਮਰਨ ਕੀ ਹੈ? ਸਿਮਰਨ ਹੈ ਯਾਦ, ਚੇਤਾ। ਸਿਮਰਨ ਇੱਕੋ ਗੱਲ ਹੈ। ਸਿਮਰਨ ਅਸੀਂ ਕਦੇ ਨਾ ਸੋਚੀਏ ਕਿ ਸਿਮਰਨ ਦਾ ਮਤਲਬ ਸਿਰਫ ਇਹ ਪਰਮਾਤਮਾ ਦਾ ਨਾਮ ਲੈਣਾ। ਅਸੀਂ ਜਦੋਂ ਆਪਣੇ ਬੱਚੇ ਨੂੰ ਯਾਦ ਕਰ ਰਹੇ ਹਾਂ, ਉਹ ਵੀ ਸਿਮਰਨ ਨਹੀਂ ਹੈ। ਚੇਤਾ ਜਾਂ ਯਾਦ ਜਾਂ ਸਿਮਰਨ ਇੱਕੋ ਹੀ ਗੱਲ ਹੈਗੀ। ਸਿਮਰਨ ਪਰਮਾਤਮਾ ਦਾ, ਸਿਮਰਨ ਪਰਮਾਤਮਾ ਨੂੰ ਯਾਦ ਕਰਨਾ, ਚੇਤਾ ਕਰਨਾ ਹਰ ਵੇਲੇ। ਸੋ ਉਹ ਜਦੋਂ ਅਸੀਂ ਇੱਕ ਥਾਟ ਲੈਨੇ ਆ, ਸ਼ਬਦ ਮਨ ਦੇ ਵਿੱਚ ਜੋ ਸੋਚਨੇ ਆ, ਫਿਰ ਉਹਨੂੰ ਬੋਲਨੇ ਆ ਜਾਂ ਅਸੀਂ ਐਕਸ਼ਨ ਵਿੱਚ ਲਿਆਨੇ ਆ। ਜਿਸ ਤਰ੍ਹਾਂ ਦਾ ਅਸੀਂ ਸ਼ਬਦ ਥਾਟ ਲੈਨੇ ਆ, ਜਿਸ ਤਰ੍ਹਾਂ ਦਾ ਅਸੀਂ ਸ਼ਬਦ ਬੋਲਨੇ ਆ, ਅਜੇ ਕਰਮ ਤੇ ਅਸੀਂ ਕੀਤਾ ਹੀ ਨਹੀਂ, ਅਜੇ ਐਕਸ਼ਨ ਤੇ ਕੀਤਾ ਹੀ ਨਹੀਂ, ਉਹ ਸਾਰੀ ਜਿਹੜੀ એનર્ਜੀ ਹੈਗੀ ਏ ਉਹ ਬ੍ਰਹਿਮੰਡ ਨੂੰ ਜਾਂਦੀ। ਹੁਣ ਜਿਸ ਤਰ੍ਹਾਂ ਦੀ એનર્ਜੀ ਭੇਜ ਰਹੇ ਆ, ਉਸ ਤਰ੍ਹਾਂ ਦੀ એનર્ਜੀ ਸਾਨੂੰ ਵਾਪਸ ਆਏਗੀ 10 ਗੁਣਾ, ਉਦੋਂ 10 ਗੁਣਾ ਜ਼ਿਆਦਾ ਆਏ। ਜੇ ਅਸੀਂ ਅੱਛੇ ਵਿਚਾਰਾਂ ਦੀ ਭੇਜ ਰਹੇ ਆ, ਤੇ ਸਾਨੂੰ ਬਾਹਰੋਂ ਉਸ ਤਰ੍ਹਾਂ ਦੇ ਆਏਗੀ।
शब्द आर वेरी पावरफुल, वर्ड्स आर वेरी पावरफुल। ਤੁਸੀਂ ਇਹ ਦੇਖੋ ਆਪਣੇ ਘਰ ਵਿੱਚ, ਤੁਸੀਂ ਅਜ਼ਮਾ ਕੇ ਦੇਖੋ ਆਪਣੇ ਘਰ ਵਿੱਚ, ਤੁਸੀਂ ਗੁੱਸਾ ਕਰੋ, ਤੁਹਾਡੇ ਅੰਦਰ ਕ੍ਰੋਧ ਹੈ, ਅੰਦਰ ਤੁਹਾਡੇ ਮਤਲਬ ਉਹ ਜਿਹੀ ਆਪਣੀ ਭਾਵਨਾ ਚੱਲ ਰਹੀ ਹੈਗੀ ਹੈ, ਜਾਂ ਤੁਸੀਂ ਉਹ ਫਿਰ ਉਹੀ ਤੁਸੀਂ ਸ਼ਬਦ ਉਹ ਬੋਲ ਦਿੰਦੇ ਹੋ, ਉਹ ਤੁਹਾਡੇ ਘਰ ਦੀ એનર્ਜੀ ਪੂਰੀ ਨੂੰ ਇਹਨਾਂ ਡਿਸਟਰਬਟ ਕਰ ਦੇਣਗੇ ਕਿ ਕਿੰਨੀ ਦੇਰ ਉਹ ਠੀਕ ਹੈ। ਹੁਣ ਅਸੀਂ ਕਹਿੰਦੇ ਆ ਸਾਰੇ ਸੰਸਾਰ ਵਾਸਤੇ ਅਸੀਂ ਸੁਖ ਸ਼ਾਂਤੀ ਮੰਗਦੇ, ਸਭ ਤੋਂ ਅੱਛੀ ਗੱਲ ਹੈ, ਮਤਲਬ ਅਰਦਾਸ ਵਿੱਚ ਉਹਨਾਂ ਨੇ ਸਰਬੱਤ ਦਾ ਭਲਾ ਹੀ ਸਭ ਤੋਂ ਉੱਚੀ ਗੱਲ ਕਹੀ ਹੈ। ਪਰ ਉਹ ਭਲਾ ਅਸੀਂ ਸਿਰਫ ਅਰਦਾਸ ਵਿੱਚ ਹੀ ਨਾ ਕਰੀਏ, ਉਹ ਭਲਾ ਅਸੀਂ ਸਾਰਾ ਵਕਤ ਆਪਣੇ ਘਰ ਦੇ ਵਿੱਚ ਆਪਣੇ ਘਰ ਦੀ ਹਾਰਮਨੀ ਨੂੰ ਕਦੀ ਡਿਸਟਰਬ ਨਾ ਹੋਣ। ਬੜਾ ਹੀ ਜ਼ਰੂਰੀ ਹੈ ਕਿ ਉਹ ਕਹਿੰਦੇ ਨੇ ਚੈਰਿਟੀ ਸਟਾਰਟਸ ਫਰਮ ਹੋਮ। ਅਸੀਂ ਘਰੋਂ ਆਪਣੇ ਸ਼ੁਰੂ ਕਰੀਏ, ਉਹੀ ਸਾਨੂੰ ਆਦਤ ਪੈ ਗਈ, ਉਹੀ ਸ਼ਬਦ ਜਿਹੜੇ ਨੇ ਅਸੀਂ ਬਾਹਰ ਵੀ ਵਰਤਾਂ। ਇੱਕ ਆਦਤ ਪੈ ਜਾਏਗੀ ਕਿ ਸਾਡੇ ਮੂੰਹੋਂ ਕੋਈ ਸ਼ਬਦ ਇਸ ਤਰ੍ਹਾਂ ਦੇ ਨਿਕਲਣ ਹੀ ਨਾ ਜਿਹੜੇ ਕਿ એનર્ਜੀ ਨੂੰ ਡਿਸਟਰਬ ਕਰਦੇ ਨੇ। ਆਪਣੇ ਘਰ ਵਿੱਚ ਹਾਰਮਨੀ ਜੇ ਹੋਏਗੀ ਤੇ ਸੰਸਾਰ ਵਿੱਚ ਉਹੀ ਹਾਰਮਨੀ ਅਸੀਂ ਫੈਲਾਵਾਂਗੇ। ਹੁਣ ਅਸੀਂ ਸੋਚਦੇ ਹਾਂ ਕਿ ਇੱਕ ਬੰਦੇ ਨਾਲ ਕੀ ਹੁੰਦਾ, ਇੱਕ ਇੱਕ ਬੰਦਾ ਕਰਕੇ ਸਾਰਾ ਸੰਸਾਰ ਬਣਦਾ, ਪਰ ਵੀ ਹੈਵ ਟੂ ਪਲੇ ਆਰ ਰੋਲ, ਸਾਨੂੰ ਦੂਸਰਿਆਂ ਨਾਲ ਜ਼ਿੰਮੇਵਾਰੀ ਨਹੀਂ ਹੈ। ਸੋ ਇਹ ਜਿਹੜਾ એનર્ਜੀ ਦਾ ਪ੍ਰਿੰਸੀਪਲ ਹੈ, ਇਹਨੂੰ ਯਾਦ ਰੱਖਣਾ ਵੀ ਬੜਾ ਜ਼ਰੂਰੀ ਹੈ। ਸੋ ਇਹਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਦੱਸ ਦਿਓ, ਕਿਉਂਕਿ ਇਹ ਥੋੜਾ ਜਿਹਾ ਆਈਡੀਆ ਜਿਹੜਾ ਹੈਗਾ, ਨਹੀਂ ਤਾਂ ਠੀਕ ਹੈ, ਫਿਰ ਅਸੀਂ ਅੱਗੇ ਚੱਲਦੇ ਹਾਂ। ਆਂਟੀ ਮੈਨੂੰ ਸ਼ਬਦ ਯਾਦ ਆ ਗਿਆ ਸੀ। ਹਾਂ, ਚਰਨ ਸ਼ਰਨ ਇੱਕ ਪੈਂਡਾ ਜਾਏ ਚਲ, ਸਤਿਗੁਰ ਸਤਿਗੁਰ ਭੋਟ ਪੈਂਡਾ ਆਗੇ ਹੋਏ ਲੇਤ ਹੈ। ਸੋ ਬਿਲਕੁਲ ਇਹਦੇ ਨਾਲ ਮਿਲਦਾ ਜੁਲਦਾ ਹੈ ਹੋ ਸਕਦਾ, ਜਿਸ ਤਰ੍ਹਾਂ એનર્ਜੀ ਜਿਹੜੀ ਅਸੀਂ ਜਿਸ ਤਰ੍ਹਾਂ ਦੀ ਸੋਚਦੇ ਹਾਂ। ਨਹੀਂ ਬਿਲਕੁਲ ਬਿਲਕੁਲ ਜੋ ਸੂਟ ਕਰਦਾ, ਬਿਲਕੁਲ। ਜੀ ਮਤਲਬ ਜੇ ਤੁਸੀਂ ਇੱਕ ਕਦਮ ਚੱਲੋਗੇ ਤਾਂ 10 ਕਦਮ ਅੱਗੇ ਆ ਗਏ, ਬਿਲਕੁਲ ਠੀਕ ਹੈ। ਜਿਸ ਤਰ੍ਹਾਂ ਦੀ ਤੁਸੀਂ એનર્ਜੀ ਭੇਜੋਗੇ ਉਸ ਤਰ੍ਹਾਂ ਦੀ, ਹੁਣ ਸਤਿਗੁਰੂ ਵੀ એનર્ਜੀ ਰੂਪ ਵਿੱਚ ਤੇ ਆਏਗਾ। ਹੁਣ ਅਸੀਂ ਕਿ ਸਤਿਗੁਰੂ ਆਪ ਥੋੜੀ ਚੱਲ ਕੇ ਆਂਦਾ, ਕਿਸ ਤਰ੍ਹਾਂ ਆਂਦਾ, ਆਪਣੀ ਸ਼ਕਤੀ ਭੇਜਦਾ। ਦੇਖੋ ਸਾਰੀ ਦੁਨੀਆ ਜਿਹੜੀ ਰੂਲ ਕਿਵੇਂ ਹੋ ਰਹੀ ਹੈ, ਚੱਲ ਕਿਵੇਂ ਰਹੀ ਹੈ, ਪਰਮਾਤਮਾ ਦੀ ਸ਼ਕਤੀ ਨਾਲ ਚੱਲ ਰਹੀ ਹੈ। ਪਰਮਾਤਮਾ ਕੋਈ ਐਂਟੀਟੀ ਤੇ ਨਹੀਂ ਨਾ ਹੈਗਾ ਕਿ ਜਿਹੜਾ ਆਪ ਚਲਾ ਰਿਹਾ ਹੈਗਾ ਵੀ ਹਰ ਇੱਕ ਚੀਜ਼ ਨੂੰ। ਉਹਦੀ ਸ਼ਕਤੀ ਜਿਹੜੀ ਹੈ ਉਹਦੇ ਵਿੱਚ ਪੂਰਾ ਕਾਨੂੰਨ ਹੈ। ਹੁਣ ਇਹ ਕਾਨੂੰਨ ਹੈ ਕਿ ਜੇ ਤੁਸੀਂ ਇੱਕ ਕਦਮ ਚੱਲੋਗੇ ਤਾਂ 10 ਕਦਮ ਅੱਗੇ ਹੈਗਾ, ਮਤਲਬ ਹੈ ਕਿ ਤੁਹਾਨੂੰ 10 ਕਦਮ ਅੱਗੇ ਹੋ ਕੇ ਮਦਦ ਕਰੇਗਾ ਜੋ ਤੁਸੀਂ ਕਰ ਰਹੇ ਹੋ ਉਹਦੇ ਵਿੱਚ। ਜੇ ਤੁਸੀਂ ਉਹਦਾ ਨਾਮ ਲੈ ਰਹੇ ਹੋ ਤੇ ਉਹ ਨਾਮ ਦੇ ਵਿੱਚ ਤੁਹਾਡੇ ਅੰਦਰ ਗਹਿਰਾਈ ਜਾਏਗੀ, ਜੋ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਗਹਿਰਾਈ ਜਾਏਗੀ। ਤੇ ਜੇ ਤੁਸੀਂ ਗੁਰੂ ਦੇ ਸ਼ਰਨ ਵਿੱਚ ਜਾਓਗੇ ਤੇ ਗੁਰੂ ਤੁਹਾਨੂੰ ਆਪਣੇ ਗੁਣ ਦੇਗਾ। ਬਿਲਕੁਲ ਠੀਕ ਹੈ, ਤੁਹਾਡਾ ਬਿਲਕੁਲ ਰੈਲੇਵੈਂਟ ਹੈਗਾ। ਸੋ ਹੋਰ ਕਿਸੇ ਦਾ ਵੀ ਕੋਈ ਹੈ ਮੇਰੇ ਇਸ ਤਰ੍ਹਾਂ ਦਾ ਡਾਊਟ ਹੈ ਤਾਂ ਵੀ ਕੈਨ ਕਲੈਰੀਫਾਈ। ਇਹ ਜਿਹੜਾ એનર્ਜੀ ਦਾ ਪ੍ਰਿੰਸੀਪਲ ਹੈ ਨਾ, ਇਹ ਬੜਾ ਇੰਪੋਰਟੈਂਟ ਹੈ। એનર્ਜੀ ਉਹਦੀ ਸ਼ਕਤੀ ਹੈ ਜਿਹਦੇ ਨਾਲ ਕਿ ਸਾਰੀ ਦੁਨੀਆ ਤੇ ਜੋ ਬ੍ਰਹਮੰਡੇ ਸੋਈ ਪਿੰਡੇ, ਇਹ ਸਾਰਾ ਬ੍ਰਹਮਾਂਡ ਉਹਦੇ ਨਾਲ ਹੀ ਚੱਲ ਰਿਹਾ ਹੈਗਾ। એનર્ਜੀ ਰੂਪ ਵਿੱਚ ਹਰ ਚੀਜ਼ એનર્ਜੀ ਰੂਪ ਵਿੱਚ ਕਰ ਰਹੀ ਹੈ। ਜਦੋਂ ਅਸੀਂ એનર્ਜੀ ਨੂੰ ਸਮਝ ਜਾਂਦੇ ਹਾਂ ਤੇ ਫਿਰ ਕੀ ਹੁੰਦਾ ਹੈ ਕਿ ਫਿਰ ਸਾਨੂੰ ਇੱਕ ਰੁਕਾਵਟ ਪੈ ਜਾਂਦੀ ਹੈ। ਜਦੋਂ ਅਸੀਂ ਨਾ ਥਾਟ ਵਰਡ ਡੀਡ ਜਾਂ ਮਨ ਬਚ ਕਰਮ ਕਹਿੰਦੇ ਹਾਂ, ਫਿਰ ਉਹ ਕਹਿਣ ਤੱਕ ਨਹੀਂ ਰਹਿ ਜਾਂਦਾ। ਫਿਰ ਜਦੋਂ ਅਸੀਂ ਸੋਚਣ ਲੱਗਦੇ ਹਾਂ ਜਾਂ ਅਸੀਂ ਬੋਲਣ ਲੱਗਦੇ ਹਾਂ ਜਾਂ ਕਰਮ ਕਰਨ ਲੱਗਦੇ ਹਾਂ, ਸਾਨੂੰ ਇੱਕਦਮ ਯਾਦ ਆ ਜਾਂਦਾ ਕਿ ਇਹ ਜੋ ਕ੍ਰੀਏਟ ਹੋ ਰਿਹਾ ਹੈ ਤੇ ਅੱਗੇ ਜਾ ਰਿਹਾ ਹੈ, ਇਹ ਮੇਰੇ ਤੱਕ ਨਹੀਂ ਰਹਿ ਰਿਹਾ। ਇਹ ਨਹੀਂ ਕਿ ਜੇ ਮੈਂ ਸੋਚਿਆ ਜੋ ਗਲਤ ਸੋਚਿਆ ਤੇ ਮੇਰੇ ਤੱਕ ਹੀ ਲਿਮਿਟਿਡ ਹੈ। ਮਤਲਬ ਦੁਨੀਆ ਨੂੰ ਤਾਂ ਨਹੀਂ ਪਤਾ ਲੱਗਾ, ਪਰ ਜਿਹਨੂੰ ਪਤਾ ਲੱਗਣਾ ਉਹਦੇ ਅੰਦਰ ਜਿਹੜਾ ਚਿੱਤਰਗੁਪਤ ਨੇ ਬਿਠਾਇਆ ਹੈ, ਜਿਹੜਾ ਉਹਨੇ ਕੰਪਿਊਟਰ ਲਗਾਇਆ ਹੋਇਆ ਹੈ, ਉਹਦੇ ਵਿੱਚ ਸਾਰਾ ਕੁਝ ਰਿਕਾਰਡ ਇਮੀਡੀਏਟਲੀ ਹੋ ਜਾਣਾ ਹੈ। ਮੈਨੂੰ ਤੇ ਪਤਾ ਵੀ ਨਹੀਂ, ਮੈਂ ਥਾਟ ਜਿਹੜਾ ਹੈ ਉਹ ਰਿਕਾਰਡਿੰਗ ਤੇ ਉਹਦੀ ਹੋ ਗਈ ਹੈ। ਸੋ ਇਸ ਪ੍ਰਿੰਸੀਪਲ ਨੂੰ ਸਮਝੀਏ ਨਾ ਜਦੋਂ, ਤਾਂ ਫਿਰ ਬਹੁਤ ਸਾਰੇ ਅੰਦਰ ਅਵੇਅਰਨੈਸ ਆ ਜਾਂਦਾ ਹੈਗਾ। ਫਿਰ ਉਹ ਚੀਜ਼ ਸਾਨੂੰ ਰੋਕ ਲੈਂਦੀ ਹੈ, ਕਰਨ ਨਹੀਂ ਦਿੰਦੀ। ਇੱਕ ਵਿਚਾਰ ਗਲਤ ਵਿਚਾਰ ਨਹੀਂ ਲੈਣ ਦਿੰਦੀ, ਨੈਗੇਟਿਵ ਵਿਚਾਰ ਨਹੀਂ ਲੈਣ ਦਿੰਦੀ, ਇੱਕ ਸ਼ਬਦ ਨਹੀਂ ਬੋਲਣ ਦਿੰਦੀ। ਤੁਸੀਂ ਦੇਖੋ ਕਿ ਕਈ ਵਾਰੀ ਕੀ ਹੁੰਦਾ ਹੈ ਕਿ
ਮੂੰਹ ਤੇ ਸ਼ਬਦ ਅਸਰ ਤੇ ਚੜੇ ਹੁੰਦੇ ਨੇ, ਉਹ ਹੀ ਨਿਕਲਦੇ ਨੇ ਮੂੰਹ। ਮੇਰੇ ਚਾਚਾ ਜੀ ਸੀ, ਬੜੇ ਬਿਮਾਰ ਸੀ, ਬੜੀ ਤਕਲੀਫ ਸੀ ਉਹਨਾਂ ਨੂੰ। ਜਦੋਂ ਅਸੀਂ ਦਵਾਈ ਲਗਾਈਏ, ਬੜੀ ਉਹਨਾਂ ਨੂੰ ਦਰਦ ਹੁੰਦੇ ਸੀ, ਤੇ ਹੀਵੇ ਸੇ ਉਹ ਤੇਰਾ ਭਲਾ ਹੋ ਜਾ। ਅੱਛਾ, ਹੁਣ ਕਈ ਵਾਰੀ ਕਿਸੇ ਨੂੰ ਤੁਸੀਂ ਦਵਾਈ ਲਗਾਓ ਤੇ ਉਹਨੂੰ ਬੜੀ ਦਰਦ ਹੋਏ, ਤੇ ਉਹਦੇ ਮੂੰਹੋਂ ਬੜੇ ਨੈਗੇਟਿਵ ਲਫ਼ਜ਼ ਨਿਕਲਦੇ ਨੇ। ਹੁਣ ਇਹ ਸਾਡੀਆਂ ਆਦਤਾਂ ਪੁਰਾਣੀਆਂ ਬਣੀਆਂ ਹੋਈਆਂ ਜਿਹੜੀਆਂ ਨੇ, ਉਹਨਾਂ ਨੂੰ ਅਸੀਂ ਇਰੇਜ਼ ਕਰਨ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ એનર્ਜੀ ਤੇ ਸ਼ਕਤੀ ਦਾ ਪ੍ਰਿੰਸੀਪਲ ਕੀ ਹੈ, ਇਹ ਕਿਸ ਤਰ੍ਹਾਂ ਕੰਮ ਕਰਦਾ ਹੈ। ਤੇ ਫਿਰ ਇੱਕ ਅਵੇਅਰਨੈਸ ਜਿਹੜਾ ਹੈ, ਉਹ ਸਾਨੂੰ ਮਜਬੂਰ ਕਰੇਗਾ ਕਿ ਅਸੀਂ ਮਨ ਬਚ ਕਰਮ ਜਿਹੜਾ ਹੈਗਾ, ਉਹਨੂੰ ਅਸੀਂ ਕਿਸ ਤਰ੍ਹਾਂ ਵਰਤਣਾ ਹੈਗਾ, ਅਸੀਂ ਕਿਸ ਤਰ੍ਹਾਂ ਕਰਨਾ ਹੈਗਾ। ਇਹ ਜਿਹੜਾ ਹੌਲੀ ਹੌਲੀ ਇਹ ਜਿਹੜਾ ਮਤਲਬ ਸਾਨੂੰ ਇਹ ਗੁਰਬਾਣੀ ਦੇ ਥਰੂ ਜਿਹੜਾ ਗਿਆਨ ਆਂਦਾ ਹੈ, ਇਹ ਸਾਡੇ ਜੀਵਨ ਦਾ ਹਿੱਸਾ ਬਣਦਾ ਜਾਂਦਾ, ਇਹ ਸਾਡੇ ਆਦਤਾਂ ਬਣਦਾ ਜਾਂਦਾ। ਹੌਲੀ ਹੌਲੀ ਟਾਈਮ ਲੱਗਦਾ ਆਦਤ ਬਣਦੇ, ਕਿ ਆਦਤ ਨੂੰ ਛੱਡਣ ਤੇ ਵੀ ਟਾਈਮ ਲੱਗਦਾ, ਆਦਤ ਬਣਨ ਤੇ ਵੀ ਟਾਈਮ ਲੱਗਦਾ। ਪਰ ਇੱਕ ਵਾਰੀ ਜਦੋਂ ਅਸੀਂ ਕੌਨਸ਼ੀਅਸ ਹੋ ਜਾਈਏ, ਐਟਲੀਸਟ ਅਸੀਂ ਸ਼ੁਰੂ ਤੇ ਕਰ ਦਿੰਦੇ ਹਾਂ। ਹਰ ਚੀਜ਼ ਦਾ ਸ਼ੁਰੂ ਤੇ ਹੋਏਗਾ ਨਾ, ਸ਼ੁਰੂ ਹੋਏਗਾ ਤਾਂ ਹੀ ਅਸੀਂ ਮੰਜ਼ਿਲ ਤੇ ਪਹੁੰਚਾਂਗੇ। ਸੋ ਇੱਥੋਂ ਤੱਕ ਤੇ ਹੋ ਗਿਆ। ਹੁਣ ਮੇਰਾ ਖਿਆਲ ਅਸੀਂ ਐਂਡ ਤੇ ਆ ਰਹੇ ਹਾਂ। ਸਭ ਨਿਦਾਨ ਦਸ ਅਸਿਧਾਨ ਠਾकुर का तल तरिया, जन नानक बल बल सद बल जाइए तेरा अंत ना पावे। ਉਹ ਤੇ ਉਹਦੇ ਤੋਂ ਤੇ ਬਾਹਰ ਕੁਝ ਹੈ ਹੀ ਨਹੀਂ ਨਾ। ਜਿੰਨਾ ਵੀ ਦੁਨੀਆ ਦਾ ਖਜ਼ਾਨਾ ਹੈ, ਕਹਿੰਦੇ ਨੇ ਬਈ ਕਿੰਨੇ ਨਿਦਾਨ ਨੇ? 9 ਨਿਦਾਨ, 10 ਅਸਿਧਾਨ। ਸਿੱਧੀਆਂ ਜਿਹੜੀਆਂ ਨੇ ਉਹ 18 ਸਿੱਧੀਆਂ ਨੇ ਔਰ 9 ਖਜ਼ਾਨੇ। ਇਹਦਾ ਹਿੰਦੂਇਜ਼ਮ ਤੇ ਕਹਿੰਦੇ ਨੇ ਕਬੀਰ ਦੇ ਇਹ ਸਾਰੇ ਖਜ਼ਾਨੇ। ਇਹ ਕਬੀਰ ਨਹੀਂ, ਇਹ ਕੁਬੇਰ ਦੇ ਖਜ਼ਾਨੇ। ਸੋ ਉਹ ਕਹਿੰਦੇ ਨੇ ਕਿ ਪਰਮਾਤਮਾ ਦੇ ਕੋਲ ਤੇ ਕੋਈ ਐਸੀ ਚੀਜ਼ ਨਹੀਂ ਕਿ ਜਿਹੜੀ ਨਹੀਂ, ਸਾਰੇ ਖਜ਼ਾਨੇ ਉਹਦੇ ਕੋਲ ਹੀ ਨੇ। ਖਜ਼ਾਨਿਆਂ ਦਾ ਮਾਲਕ ਤੇ ਉਹ ਹੀ ਹੈ। ਤੇ ਜੇ ਤੁਸੀਂ ਉਹਦੇ ਖਜ਼ਾਨੇ ਦੇ ਹਿੱਸੇਦਾਰ ਬਣਨਾ ਹੈ, ਫਿਰ ਤੁਹਾਨੂੰ ਉਹਦੇ ਆਖੇ ਤੇ ਲੱਗਣਾ ਪਏਗਾ। ਉਹਦੇ ਆਖੇ ਲੱਗਣਾ ਮੀਨ ਉਹਦੇ ਗੁਣ ਧਾਰਨ ਕਰਨਾ। ਹੁਣ ਜਿਹਦੇ ਵਿੱਚ ਐਨੇ ਗੁਣ ਨੇ, ਦੇਖੋ ਕਹਿੰਦੇ ਨੇ ਕਿ ਰਾਮ ਜੀ ਵਿੱਚ 14 ਗੁਣ ਸੀ ਔਰ ਕ੍ਰਿਸ਼ਨ ਜੀ ਵਿੱਚ 16 ਕਲਾ ਸੀ। ਲੇਕਿਨ ਅਸੀਂ ਤੇ ਕਹਿੰਦੇ ਹਾਂ ਅਕਲ ਕਲਾ ਭਰਪੂਰ ਹੈ, ਉਹਦੇ ਵਿੱਚ ਕੋਈ ਹੈ ਹੀ ਨਹੀਂ ਗੁਣ ਜਿਹੜਾ ਨਾ ਹੋਵੇ। ਉਹ ਤਾਂ ਸਾਰੇ ਗੁਣ ਉਹਦੇ ਕੋਲ ਨੇ। ਉਹ ਜਿਹੜੇ ਨੇ ਕਿ ਸਭ ਨਿਦਾਨ ਦਾ ਅਸਿਧਾਨ ਠਾकुर, ਉਹਦੇ ਤਲੀ ਤੇ ਧਰੇ ਨੇ। ਉਹ ਤੇ ਉਹਦੇ ਸਾਰਾ ਕੁਝ ਉਹਦੇ ਕੋਲ ਹੀ ਹੈ। ਉਹਦੀ ਸ਼ਕਤੀ ਦਾ ਤੇ ਕੋਈ ਅੰਤ ਨਹੀਂ ਨਾ। ਤੂੰ ਬੇਅੰਤ, ਤੇਰਾ ਅੰਤ ਨਾ ਜਾਣਾ। ਉਹ ਕਹਿੰਦੇ ਕਿ ਤੂੰ ਬੇਅੰਤ, ਕੋਈ ਵਿਰਲਾ ਜਾਣੇ। ਉਹ ਤੇ ਬੇਅੰਤ ਹੈ, ਉਹਦਾ ਅੰਤ ਤੇ ਪਾਇਆ ਨਹੀਂ ਜਾ ਸਕਦਾ। ਇਸੇ ਕਰਕੇ ਅੰਤ ਨੇ ਪਾਇਆ। ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ, ਤੇਰਾ ਅੰਤ ਨਹੀਂ ਪਾ ਸਕਦੇ। ਤੂੰ ਬੇਅੰਤ ਹੈ, ਤੇਰਾ ਪਾਰ ਨਹੀਂ ਪਾ ਸਕਦੇ, ਤੂੰ ਅਨੰਤ ਹੈ। ਤੇ ਫਿਰ ਕੀ ਹੈ? ਤੇਰੇ ਤੋਂ ਅਸੀਂ ਬਲਿਹਾਰ ਜਾਂਦੇ। ਅਸੀਂ ਆਪਣਾ ਬਲ ਜਿਹੜਾ ਉਹ ਤੇਰੇ ਅੱਗੇ ਹਾਰਨੇ। ਬਲ ਬਲ ਜਾਈਏ, ਅਸੀਂ ਆਪਣਾ ਬਲ ਜਿਹੜਾ ਉਹ ਤੇਰੇ ਅੱਗੇ ਹਾਰਨੇ। ਸੋ ਅਸੀਂ ਇਹਦੇ ਤੋਂ ਥੋੜੇ ਜਿਹੇ ਸਾਨੂੰ ਜਿਹੜੇ ਲੈਸਨ ਮਿਲਦੇ ਨੇ ਉਹ ਅਸੀਂ ਦੇਖਨੇ। ਉਹ ਕੀ ਨੇ? ਇੱਕ ਲੈਸਨ ਅਸੀਂ ਦੇਖ ਲਿਆ ਕਿ ਅਸੀਂ ਇੱਕ ਫੇਥ ਰੱਖੀਏ ਕਿ ਮੈਂ ਸਿਰਫ ਆਪਣੀ ਡਿਊਟੀ ਕਰਨੀ ਹੈ, ਜਿਹੜੀ ਫ੍ਰੀ ਵਿਲ ਮੈਨੂੰ ਮਿਲੀ ਹੈ ਮੈਂ ਵਰਤਣੀ ਹੈ। ਚਿੰਤਾ ਨਹੀਂ ਕਰਨੀ। ਹੋਣਾ ਉਹ ਹੀ ਹੈ ਜੋ ਉਹ ਮੇਰਾ ਕੰਮ ਕਰਮ ਕਰਨਾ, ਫਲ ਦੇਣਾ ਉਹਦਾ ਕੰਮ ਹੈ। ਮੈਂ ਫਲ ਬਾਰੇ ਚਿੰਤਾ ਨਹੀਂ ਕਰੇ। ਜੋ ਫਲ ਆਏਗਾ ਉਹ ਮੈਂ ਮਨਜ਼ੂਰ ਕਰਨਾ। ਦੂਸਰਾ ਜਿਹੜੀ ਸਭ ਤੋਂ ਵੱਡੀ ਗੱਲ ਹੈ, ਜਿਹੜੀ ਕਿ ਪ੍ਰੈਕਟਿਸ ਵਿੱਚ ਲਿਆਣੀ ਹੈ, ਔਰ ਜਿਹੜੀ ਮਤਲਬ ਸਭ ਤੋਂ ਜ਼ਿਆਦਾ ਅਸੀਂ ਇਹਦਾ ਬਿਗਨਿੰਗ ਤੇ ਐਂਡ ਵੀ, ਬਿਗਨਿੰਗ ਵੀ ਵਿੱਚ ਐਂਡ ਵੀ ਵਿੱਚ, ਉਹ ਵੇ ਮੈਂ ਤੋਂ ਉੱਠ ਕੇ ਤੂੰ ਤੇ ਪਹੁੰਚਣਾ। ਜ਼ਬਾਨੀ ਤੇ ਅਸੀਂ ਕਹਿ ਦੇਣਾ, ਜ਼ਬਾਨੀ ਸਾਨੂੰ ਪਤਾ ਹੈ, ਲੇਕਿਨ ਅੰਦਰ ਤੱਕ ਤੇ ਉਹ ਨਹੀਂ ਪਹੁੰਚ। ਅੰਦਰ ਤੱਕ ਪਹੁੰਚਣ ਵਾਸਤੇ ਅਸੀਂ ਫਿਰ ਉਹਦਾ ਸਹਾਰਾ ਲੈਣਾ ਹੈ, ਮਨ ਬਚ ਕਰਮ ਦਾ। ਤੁਸੀਂ ਦੇਖੋ ਹੁਣ ਮੈਂ ਬੋਲ ਰਹੀ ਹਾਂ ਕਿ ਮੈਂ ਬੋਲ ਰਹੀ ਹਾਂ,
ਇਹ ਸਰੀਰ ਤੇ ਪੰਜਾਂ ਤੱਤਾਂ ਦਾ ਬਣਿਆ ਹੈ। ਪੰਜਾਂ ਤੱਤਾਂ ਦੀ ਆਪਣੀ ਤੇ ਕੋਈ ਸ਼ਕਤੀ ਹੈ ਨਹੀਂ। ਜਦੋਂ ਜਿਹੜੀ ਸ਼ਕਤੀ ਏ ਉਹ ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦੀ ਏ ਤੇ ਵੇਅਰ ਇਜ਼ ਮੈਂ ਆਪਣੇ ਸਰੀਰ ਨੂੰ ਵੇਖ ਕੇ ਤੇ ਉਹ ਜਿਹੜੀ ਸ਼ਕਤੀ ਅੰਦਰੋਂ ਬੋਲ ਰਹੀ ਹੈ, ਕਰਵਾ ਰਹੀ ਹੈ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਰੀਰ ਕਰ ਰਿਹਾ। ਉਹ ਜਿਹੜੀ ਭਾਵਨਾ ਹੈ, ਉਹ ਜਿਹੜਾ ਭਾਵ ਹੈ, ਉਹ ਅੰਦਰ ਇੰਨਾ ਸਟਰੋਂਗ ਬੈਠਾ ਹੋਇਆ ਹੈ। ਕਿਉਂ ਬੈਠਾ ਹੋਇਆ ਹੈ? ਕਿਉਂਕਿ ਕਈਆਂ ਜਨਮਾਂ ਜਨਮਾਂਤਰਾਂ ਤੋਂ ਹੋ ਰਿਹਾ ਹੈ। ਜਿਹੜਾ ਜਨਮਾਂ ਜਨਮਾਂਤਰਾਂ ਤੋਂ ਹੋ ਗਿਆ ਉਹਦਾ ਗਿਆਨ ਤੇ ਪੱਕਾ ਹੋਇਆ। ਹੁਣ ਉਸ ਗਿਆਨ ਨੂੰ ਮਿਟਾਉਣ ਵਾਸਤੇ ਸਾਨੂੰ ਉਸ ਤੋਂ ਜ਼ਿਆਦਾ ਮਿਹਨਤ ਕਰਨੀ ਪਵੇਗੀ। ਅਸੀਂ ਇੱਕ ਵਾਰੀ ਕੀਤਾ ਸੀ ਟੌਪਿਕ ਸਬਕੌਂਸ਼ੀਅਸ ਵਿੱਚ ਇਹਦੀ ਬੜੀ ਜ਼ਿਆਦਾ ਗਿਆਨ ਆਉਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਜੋ ਵਰਡ ਬੋਲਨੇ ਆ, ਸੋਚਨੇ ਆ, ਉਹ ਸਾਰਾ ਕੁਝ ਸਬਕੌਂਸ਼ੀਅਸ ਵਿੱਚ ਚਲਾ ਜਾਂਦਾ, ਸਟੋਰ ਹੋ ਜਾਂਦਾ, ਉਹ ਸਾਡੀ ਆਦਤ ਬਣ ਜਾਂਦਾ। ਪਹਿਲਾਂ ਬਣਦਿਆਂ ਟਾਈਮ ਲੱਗਦਾ, ਲੇਕਿਨ ਉਹਨੂੰ ਹਟਾਉਂਦਿਆਂ ਵੀ ਫਿਰ ਓਨਾ ਹੀ ਟਾਈਮ ਲੱਗਦਾ। ਜਿਹੜੀ ਪੱਕੀ ਆਦਤ ਹੈ ਉਹਨੂੰ ਹਟਾਉਂਦਿਆਂ ਵੀ ਟਾਈਮ ਲੱਗਦਾ। ਹੁਣ ਇਹ ਜਿਹੜੀ ਆਦਤ ਹੈਗੀ ਏ, ਇਹ ਇੰਨੀ ਜ਼ਿਆਦਾ ਅੰਦਰ ਤੱਕ ਇਨਗ੍ਰੇਡੀਐਂਟ ਹੈ ਮੈਂ ਦੀ ਕਿ ਉਹ ਜਲਦੀ ਨਹੀਂ ਜਾਂਦੀ। ਲੇਕਿਨ ਜਿੰਨਾ ਚਿਰ ਮੈਂ ਤੋਂ ਤੂੰ ਵਿੱਚ ਨਹੀਂ ਨਾ ਬਦਲਦਾ, ਉਹਨਾਂ ਚਿਰ ਸਾਡੀ ਅਨੁਭਵ ਸਾਨੂੰ ਨਹੀਂ ਹੋ ਸਕਦਾ। ਅਨੁਭਵ ਤੇ ਉਹ ਹੀ ਹੈ ਜਦੋਂ ਭਾਵ ਜਿਹੜਾ ਇੰਨਾ ਸਟਰੋਂਗ ਹੋ ਜਾ ਕਿ ਨਹੀਂ ਮੈਂ ਹੈ ਹੀ ਨਹੀਂ, ਤੂੰ ਹੀ। ਫਿਰ ਸਾਨੂੰ ਇਨ ਈਚ ਐਂਡ ਐਵਰੀ ਐਕਸ਼ਨ, ਇਨ ਈਚ ਐਂਡ ਐਵਰੀ ਥਾਟ ਇਹ ਸੋਚਣਾ ਪੈਂਦਾ ਕਿ ਮੈਂ ਨਹੀਂ। ਹੁਣ ਦੇਖੋ ਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਨਾ ਕਹੋ ਸਭ ਤੋਂ ਬਖਾਨਿਓ। ਤੁਸੀਂ ਸੋਚੋ ਕਿ ਸਾਡੇ ਗੁਰੂ ਜੀ ਇੰਨੇ ਪਹੁੰਚੇ ਹੋਏ ਨੇ, ਉਹ ਕਹਿ ਰਹੇ ਨੇ ਮੈਂ ਨਾ ਕਹੋ ਸਭ ਤੋਂ ਬਖਾਨਿਓ। ਅਸੀਂ ਕਹਿ ਰਹੇ ਹਾਂ ਕਿ ਮੈਂ ਕੀਤਾ। ਸੋ ਇਹ ਇੱਕ ਦਿਨ ਵਿੱਚ ਤੇ ਨਹੀਂ ਜਾਂਦਾ, ਬਟ ਇਹਦਾ ਅਵੇਅਰਨੈਸ ਜਿਹੜਾ ਹੈ ਸਭ ਤੋਂ ਜਿਹੜਾ ਵੱਡਾ ਗੁਣ ਵੇ, ਜਾਂ ਜਿਹੜਾ ਸਾਡਾ ਇਨਸਾਨ ਨੂੰ ਜਿਹਨੇ ਅੱਗੇ ਲੈ ਕੇ ਜਾਣਾ ਹੈ, ਉਹ ਵੇ ਮੈਂ ਨੂੰ ਹਟਾਣਾ। ਔਰ ਇਹਦਾ ਭਾਵ ਜਲਦੀ ਨਹੀਂ ਹਟਦਾ ਜਿੰਨਾ ਚਿਰ ਅਸੀਂ ਕੌਨਸਟੈਂਟਲੀ ਇਹਦੇ ਬਾਰੇ ਅਵੇਅਰ ਨਹੀਂ ਹੁੰਦੇ ਕਿ ਮੈਂ ਜਿਹੜਾ ਹੈਗਾ ਹਰ ਵੇਲੇ ਸੋਚਣਾ ਕਿ ਇਹਦਾ ਅਸੀਂ ਇੱਕ ਪੂਰਾ ਕੀਤਾ ਸੀਗਾ ਆਪਣਾ ਪੂਰਾ ਲੈਕਚਰ ਵੀ ਹੂ ਐਮ ਆਈ। ਸੋ ਜੇਕਰ ਅਸੀਂ ਹੂ ਐਮ ਆਈ ਜਿਹੜੀ ਹੈ ਉਹਨੂੰ ਉਸ ਤਰੀਕੇ ਨਾਲ ਸੋਚੀਏ ਕਿ ਮੈਂ ਕੌਣ ਵਾਂ, ਤਾਂ ਫਿਰ ਜੇ ਕੌਣ ਵਾਂ, ਫਿਰ ਮੈਂ ਸਰੀਰ ਵਾਂ ਕਿ ਮੈਂ ਸਰੀਰ ਆ, ਪੰਜ ਤੱਤ ਜਿਹੜੇ ਨੇ ਉਹਨਾਂ ਦੀ ਆਪਣੀ ਤਾਂ ਕੋਈ ਲਾਈਫ ਹੈ ਨਹੀਂ, ਤਾਂ ਫਿਰ ਮੈਂ ਕੀ ਆ, ਕਿੱਥੋਂ ਆ ਰਿਹਾ ਸਭ ਕੁਝ। ਹੌਲੀ ਇੱਕ ਵਾਰ ਥੋੜੀ ਦੇਰ ਅਸੀਂ ਘਰ ਵਿੱਚ ਆਪਣੇ ਇਕੱਲਿਆਂ ਬੈਠ ਕੇ ਇਹਨੂੰ ਰੋਜ਼ ਇੱਕ ਵਾਰੀ ਸੋਚੀਏ, ਐਨਾਲਾਈਜ਼ ਕਰੀਏ ਕਿ ਮੈਂ ਹਾਂ ਕੌਣ, ਐਕਚੁਅਲੀ ਮੈਂ ਹਾਂ ਕੌਣ। ਪਰ ਜਦੋਂ ਅਸੀਂ ਇਹ ਸੋਚਾਂਗੇ ਮੈਂ ਹਾਂ ਕੌਣ, ਹੌਲੀ ਉਹ ਆਈਡੀਆ, ਮੈਂ ਤੁਹਾਨੂੰ ਆਪਣਾ ਇੱਕ ਐਕਸਪੀਰੀਅੰਸ ਦੱਸਣੀ ਆ। ਮੈਂ ਇੱਕ ਕੋਰਸ ਕਰਨ ਵਾਸਤੇ ਗਈ ਸੀ, ਤਾਂ ਇੱਕ ਸਟੈਪ ਇਹ ਸੀ ਕਿ ਦੋ ਲੇਡੀਜ਼ ਇੱਕ ਦੂਸਰੇ ਦੇ ਸਾਹਮਣੇ ਬੈਠ ਜਾਓ ਤੇ ਇੱਕ ਦੂਸਰੇ ਦੇ ਮੋਢੇ ਤੇ ਹੱਥ ਰੱਖ ਕੇ ਪੁੱਛੋ ਕਿ ਹੂ ਐਮ ਆਈ। तो मतलब है कि आमतौर पे ठीक है बोलते जो हु एम आई। एंड इट वाज ए वेरी साइकोलॉजिकल स्टेप कि काफी देर बोलदियां मैं तो ऊंची रोना शुरू कर देता। आई डोंट नो हु एम आई। मैं सोचनी आई नो बट आई डोंट नो। एक्चुअली जदों तक इन्ना डेप्थ विच ना जाए कि भी मैं कौन, उन्ना चिर जिहड़ा है ओ मैं दा भाव नहीं जाता। मैं तो तू विच ते एंड तक आना ते बहुत वड्डी गल है, पर ਅਸੀਂ ਹੌਲੀ ਸ਼ੁਰੂ ਤੇ ਕਰ ਸਕਨੇ ਹੈਗੇ। ਹੌਲੀ ਸ਼ੁਰੂ ਤੇ ਸਭ ਨੇ ਕੀਤਾ ਹੀ ਹੋਇਆ ਹੈ, ਪਰ ਉਹਨੂੰ ਥੋੜਾ ਜਿਹਾ ਹੋਰ ਸੀਰੀਅਸਲੀ ਲਈਏ ਤੇ ਫਿਰ ਉਹਦੇ ਵਿੱਚ ਜ਼ਿਆਦਾ ਫਾਸਟ ਅਸੀਂ ਜਾ ਸਕਦੇ। ਸੋ ਕੁਝ ਲੈਸਨ ਨੇ ਜਿਹੜੇ ਅਸੀਂ ਅੱਜ ਦੇ ਸਰੂਪ ਤੋਂ ਲੈਣੇ ਨੇ।
ਇੱਕ ਤੇ ਮੈਂ ਦਾ ਇਸ ਕਰਕੇ ਕਿ ਉਹਦੇ 'ਚ ਸਾਰੀ ਚ ਇਹੀ ਹੈ ਕਿ ਤੂੰ ਕਿਉਂ ਕਰਨਾ, ਚਿੰਤਾ ਕਰਨਾ, ਉਹਨੇ ਆਪਣਾ ਸਾਰੀ ਜ਼ਿੰਮੇਵਾਰੀ ਤੇ ਉਹਨੇ ਲਈ ਹੋਈ ਹੈ। ਜੇ ਉਹਨੇ ਜਿਹੜੇ ਜੰਤੂ ਪਾਉਂਦਾ ਹਰ ਥਾਂ ਤੇ ਸੈਲ ਪੱਥਰ ਮੈਂ ਸਮੁੰਦਰਾਂ ਵਿੱਚ ਮਤਲਬ ਜਿਹੜੀ ਹੈਗੀ ਕੋਇਲ ਨੂੰ ਉਹ ਸਾਰਾ ਕੁਝ ਦਾ ਅਰੇਂਜਮੈਂਟ ਹੈ, ਤੂੰ ਕਿਉਂ ਚਿੰਤਾ ਕਰਨਾ, ਤੂੰ ਸੋਚ ਜੇ ਇਹਨਾਂ ਸਾਰਿਆਂ ਦੀ ਚਿੰਤਾ ਉਹ ਕਰ ਰਿਹਾ ਤੇ ਮੈਂ ਆਪਣੀ ਚਿੰਤਾ ਕਿਉਂ ਕਰਾਂ। ਤੇ ਜੇ ਮੈਂ ਆਪਣੀ ਨਹੀਂ ਚਿੰਤਾ ਕਰਾਂਗਾ ਤੇ ਫਿਰ ਮੈਂ ਸੋਚਾਂਗਾ ਕਿ ਮੈਂ ਹਾਂ ਕੌਣ, ਤਾਂ ਹੀ ਮੈਂ ਸੋਚਾਂਗਾ। ਜਿੰਨਾ ਚਿਰ ਮੈਂ ਸੋਚਣਾ ਮੈਂ ਚਿੰਤਾ ਕਰ ਰਿਹਾ, ਮੈਂ ਸੋਚਣਾ ਮੈਂ ਹੀ ਕਰ ਰਿਹਾ। ਜਦੋਂ ਮੈਂ ਸੋਚਾਂਗਾ ਮੈਂ ਨਹੀਂ ਚਿੰਤਾ ਕਰ ਰਿਹਾ, ਉਹ ਕਰ ਰਿਹਾ, ਫਿਰ ਹੀ ਭਾਵ ਆਏਗਾ ਕਿ ਮੈਂ ਨਹੀਂ ਹੋਈ ਹੈ। ਸੋ ਇਸ ਕਰਕੇ ਇਹ ਥੋੜੇ ਜਿਹੇ ਲੈਸਨ ਨੇ ਜਿਹੜੇ ਸਾਡੇ ਅੱਗੇ ਅਸੀਂ ਚੱਲ ਹੀ ਰਹੇ ਹਾਂ। ਜਦੋਂ ਬਾਰ-ਬਾਰ ਰੈਪੀਟੀਸ਼ਨ ਕਰੀਏ ਉਹ ਹੋਰ ਪੱਕੇ ਹੁੰਦੇ ਜਾਂਦੇ ਨੇ। ਤੋ ਇਹ ਰੈਪੀਟੀਸ਼ਨ ਗੁਰਬਾਣੀ ਚ ਰੈਪੀਟੀਸ਼ਨ ਹੀ ਅਸੀਂ ਕਰ ਰਹੇ ਹਾਂ ਬਾਰ-ਬਾਰ, ਪਰ ਰੈਪੀਟੀਸ਼ਨ ਜਿੰਨੀ ਵੀ ਕਰੀਏ ਉਹਦਾ ਅੰਤ ਨਹੀਂ ਹੈਗਾ, ਕਿਉਂਕਿ ਪੁਰਾਣੇ ਸੰਸਕਾਰ ਇੰਨੇ ਜ਼ਿਆਦਾ ਪੁਰਾਣੇ ਸੰਸਕਾਰ ਲੰਬੇ ਨੇ, ਪੁਰਾਣੇ ਨੇ। ਮਲ ਕੋ ਜਨਮ ਕੇ ਮਲ ਲੱਗ ਗਈ ਤੇ ਉਹਨਾਂ ਹੀ ਜੇ ਮਲ ਜਿੰਨੀ ਲੱਗੀ ਹੈ ਉਹਨਾਂ ਧੋਣ ਵਾਸਤੇ ਵੀ ਦੇਰ ਲੱਗੇਗੀ। ਤੋ ਇੱਥੇ ਮੈਂ ਤੇ ਖਤਮ ਕਰਨੀ ਆ, ਜੇ ਤੁਹਾਡਾ ਕੋਈ ਸਵਾਲ ਹੋਵੇ। ਹੋਰ ਤੁਹਾਨੂੰ कैसा लगा, कैसा मतलब कुछ असर होया, अच्छा लगा कि नहीं? ਜੀ ਹਾਂਜੀ ਮੇਰਾ ਇੱਕ ਭੈਣ ਜੀ। ਸਵਾਲ ਹੈ। ਹਾਂਜੀ ਤੁਸੀਂ ਹੁਣੇ ਗੱਲ ਕੀਤੀ ਹੈ ਨਾ ਕਿ ਵੀ ਅੰਦਰ ਪਹੁੰਚਣ ਵਾਸਤੇ ਹਾਂਜੀ ਤੁਸੀਂ ਜ਼ਿਕਰ ਕੀਤਾ ਹੈ ਮਨ, ਬਚਨ ਤੇ ਕਰਮ। ਹਾਂਜੀ ਇਹਦੇ ਬਾਰੇ ਥੋੜਾ ਦੁਬਾਰਾ ਗੱਲ ਕਰੋ, ਦੱਸੋਗੇ? ਹਾਂ ਹਾਂ, ਦੇਖੋ ਮਨ ਹੀ ਸਾਰੀ ਚੀਜ਼ ਹੈ ਜਿਹੜਾ ਕਿ ਸਾਡੇ ਜੀਵਨ ਨੂੰ ਚਲਾ ਰਿਹਾ। ਜਿਸ ਤਰ੍ਹਾਂ ਦਾ ਸਾਡਾ ਮਨ ਕੀ ਹੈ, ਇਹ ਇੱਕ ਵਿਚਾਰਾਂ ਦਾ ਸੰਗ੍ਰਹਿ ਹੈ, ਇਹ ਥਾਟਸ ਦਾ ਬੰਡਲ, ਇਹਦੇ ਵਿੱਚ ਸਾਰੇ ਥਾਟਸ ਹੀ ਭਰੇ ਹੈ। ਹੁਣ ਜਿਸ ਤਰ੍ਹਾਂ ਦੇ ਸਾਡੇ ਮਨ ਦੇ ਵਿਚਾਰ ਨੇ ਉਸ ਤਰ੍ਹਾਂ ਦਾ ਸਾਡਾ ਜੀਵਨ ਬਣੇਗਾ, ਉਸ ਤਰ੍ਹਾਂ ਅਸੀਂ ਗੁਰਬਾਣੀ ਨੂੰ ਸਮਝਾਂਗੇ, ਉਸੇ ਲੈਵਲ ਤੇ ਅਸੀਂ ਗੁਰਬਾਣੀ ਕਰਾਂਗੇ। ਮਨ ਜਿਹੜਾ ਹੈ ਉਹਦੇ ਵਿੱਚ ਵਿਚਾਰ ਵੀ ਪੈਦਾ ਹੋਣਗੇ, ਜਿਹੜੇ ਵਿਚਾਰ ਪੈਦਾ ਹੋਣਗੇ ਉਹਦੀ ਬੇਸ ਸਾਡੇ ਵਰਡ ਬਣਗੇ। ਤੁਸੀਂ ਦੇਖਿਆ ਕਿ ਜਦੋਂ ਗੁੱਸਾ ਚੜਿਆ ਹੁੰਦਾ ਹੈ, ਗੁੱਸੇ ਦੇ ਵਿਚਾਰ ਦੇ ਵੀ ਸਾਡੇ ਮੂੰਹ ਕਿਸ ਤਰ੍ਹਾਂ ਦੇ ਸ਼ਬਦ ਨਿਕਲਦੇ ਨੇ, ਕਿੰਨੇ ਗਲਤ ਨਿਕਲਦੇ ਨੇ। ਅਸੀਂ ਗਾਲ ਕੱਢ ਦਿੰਦੇ ਹਾਂ, ਪਰ ਕਿਸੇ ਵੇਲੇ ਗਾਲ ਹੀ ਨਹੀਂ, ਅਸੀਂ ਕਿਸੇ ਦਾ ਖੂਨ ਵੀ ਕਰ ਦਿੰਦੇ ਹਾਂ। ਉਹ ਕਹਿੰਦੇ ਨੇ ਕਿ ਇੱਕ ਲੇਡੀ ਸੀ, ਬਾਹਰੋਂ ਉਹਦਾ ਹਸਬੈਂਡ ਆਇਆ ਤੇ ਕੱਟ ਰਹੇ ਸੀ, ਸਬਜ਼ੀ ਕੱਟ ਰਹੇ ਸੀ, ਉਹਨੇ ਪਤਾ ਨਹੀਂ ਕੁਝ ਕਿਹਾ, ਉਹਨੂੰ ਗੁੱਸਾ ਚੜਿਆ, ਉਹਨੇ ਛੁਰੀ ਉਹਦੇ ਸੀਨੇ ਵਿੱਚ ਮਾਰ ਦਿੱਤੀ, ਬੰਦਾ ਮਰ ਗਿਆ। ਸੋ ਵਰਡ ਜਿਹੜਾ ਥਾਟ ਹੈ ਉਹ ਵਰਡ ਤੇ ਡੀਡ ਤੱਕ ਜਦੋਂ ਪਹੁੰਚ ਕੇ ਕਿੰਨਾ ਨੁਕਸਾਨ ਪਹੁੰਚਾਉਂਦਾ ਹੈ। ਮੇਨ ਚੀਜ਼ ਜਿਹੜੀ ਹੈ ਥਾਟਸ ਆਰ ਦਾ ਕਲਪ੍ਰਿਟ, ਥਾਟਸ ਹੀ ਮੁਜਰਮ ਹੈਗੇ ਨੇ ਸਾਰੀ ਚੀਜ਼ ਦੇ। ਥਾਟ ਤੋਂ ਹੀ ਵਰਡ ਬਣਦਾ, ਉਹਦੇ ਤੋਂ ਡੀਡ ਬਣਦਾ। ਹੁਣ ਇਹ ਥਾਟ ਜਿਹੜੇ ਨੇ ਇਹਨਾਂ ਨੂੰ ਵਾਪਸ ਕਿਵੇਂ ਕੀਤਾ ਜਾਏ, ਇਹ ਬੜੇ ਪੁਰਾਣੇ ਨੇ, ਇਹ ਸੰਸਕਾਰ ਬਣੇ ਹੋਏ ਨੇ, ਬੜੇ ਪੱਕੇ ਨੇ, ਇਹਨਾਂ ਨੂੰ ਕਿਵੇਂ ਕੀਤਾ ਜਾਏ। ਗੁਰਬਾਣੀ ਜਿਹੜੀ ਹੈ ਉਹ ਹੀ ਜਿਹੜੀ ਸਾਡੇ ਧੋਂਦੀ ਹੈ ਸਾਰੇ ਆਪਣਾ ਇਹ ਮੈਲ। ਜਿਹਨੂੰ ਮਲ ਕੇ ਜਨਮ ਲੱਗ ਗਈ, ਮਲ ਕੇ ਆਲਾ ਹੋਇਆ ਸਿਆ, ਉਹਨੂੰ ਧੋਣਾ ਕਿਵੇਂ ਵੇ, ਉਹਦਾ ਤਰੀਕਾ ਵੀ ਸਾਰਾ ਗੁਰਬਾਣੀ ਵਿੱਚ ਹੀ ਹੈਗਾ। ਹੁਣ ਉਹਨਾਂ ਪਾਪਾਂ ਨੂੰ ਧੋਣ ਵਾਸਤੇ ਜਿਹੜੇ ਸਾਡਾ ਪੁਰਾਣਾ ਸਬਕੌਂਸ਼ੀਅਸ ਭਰਿਆ ਹੋਇਆ ਹੈ, ਜਿਹੜੇ ਸੰਸਕਾਰ ਭਰੇ ਹੋਏ ਨੇ, ਉਹਨਾਂ ਦੇ ਬਾਰੇ ਅਵੇਅਰਨੈਸ ਇੱਕ ਇੱਕ ਕਰਕੇ ਜਾਏਗਾ, ਇੱਕਦਮ ਨਹੀਂ ਜਾਂਦੇ। ਇੱਕ ਚੀਜ਼ ਸਾਨੂੰ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਕਦੀ ਅਸੀਂ ਕਾਹਲੇ ਨਾ ਪਈਏ ਕਿ ਇਹ ਇੱਕਦਮ ਕਿਉਂ ਨਹੀਂ ਚਲਾ ਜਾਂਦਾ, ਨਹੀਂ ਜਾਂਦਾ। ਜੇ ਅਸੀਂ ਸਬਰ ਰੱਖਾਂਗੇ ਨਾ, ਹਰ ਬੰਦੇ ਦੀ ਅਵਸਥਾ ਵੱਖਰੀ ਵੱਖਰੀ ਹੁੰਦੀ ਹੈ। ਉਹ ਕਿਸੇ ਨੇ ਜ਼ਿਆਦਾ ਕਵਰ ਕੀਤਾ ਹੁੰਦਾ, ਕਿਸੇ ਨੇ ਘੱਟ, ਕਿਸੇ ਦਾ ਧਿਆਨ ਜ਼ਿਆਦਾ ਲੱਗਦਾ, ਕਿਸੇ ਦਾ ਘੱਟ। ਜਿੱਥੇ ਜਿੱਥੇ ਵੀ ਅਸੀਂ ਖੜੇ ਹਾਂ ਉੱਥੋਂ ਉੱਥੋਂ ਅਸੀਂ ਅੱਗੇ ਚੱਲਣਾ। ਜਿੱਥੇ ਜਿੱਥੇ ਅਸੀਂ ਖੜੇ ਹਾਂ ਅਸੀਂ ਆਰਾਮ ਦੇ ਨਾਲ, ਕਿ ਮੈਂ ਪਹਾੜੀ ਤੇ ਚੜ੍ਹਨਾ, ਮੈਂ ਆਰਾਮ ਨਾਲ ਇੱਕ ਇੱਕ ਕਦਮ ਕਰਕੇ ਚੱਲਣਾ। ਇਹ ਕਦੀ ਨਹੀਂ ਸੋਚਣਾ ਕਿ ਅਜੇ ਸਫ਼ਰ ਤੇ ਬਹੁਤ ਲੰਬਾ ਹੈ, ਕਿੱਥੇ ਵੀ ਟਿਕਾਣਾ ਕਿੱਥੇ, ਮੈਂ ਚੱਲਦੇ ਜਾਣਾ। ਕੋਈ ਨਾ ਇੱਕੋ ਲਗਨ ਲੱਗੀ ਲੈ ਜਾਂਦੀ ਹੈ, ਟੋਰ ਅਨੰਤੋਂ ਨਾ ਦੀ ਬਸਲਾ ਉਰੇ ਮਕਾਮ ਨਾ ਕੋਈ। ਸੋ ਇਹ ਹੈ ਕਿ ਅਸੀਂ ਚੱਲਦੇ, ਸਾਡਾ ਕੰਮ ਸਿਰ ਹੋਰ ਕੁਛ ਨਹੀਂ, ਅਸੀਂ ਸਿਰਫ ਚੱਲਦੇ ਜਾਣਾ।
ਸਮਝਣਾ ਹੈ, ਅਵੇਅਰ ਹੋਣਾ ਹੈ, ਚੱਲਦੇ ਜਾਣਾ। ਪਹੁੰਚਾਣਾ ਉਹਨੇ, ਪ੍ਰਸਾਦ ਉਹਦਾ ਹੈ, ਕਿਰਪਾ ਉਹਦੀ ਹੈ। ਜਿੰਨਾ ਜਿੰਨਾ ਅਸੀਂ ਉਹਦੇ ਕਹਿ ਲੱਗਾਂਗੇ, ਉਹਦੇ ਕਹਿ ਲੱਗਣਾ ਕੀ ਹੈ? ਉਹਦੇ ਗੁਣਾਂ ਨੂੰ ਧਾਰਨ ਕਰਨਾ। ਜਿੰਨਾ ਜਿੰਨਾ ਅਸੀਂ ਉਹਦੇ ਗੁਣਾਂ ਨੂੰ ਧਾਰਨ ਕਰਾਂਗੇ, ਉਹਨਾਂ ਉਹਨਾਂ ਸਾਡੇ ਵਿਚਾਰ ਸ਼ੁੱਧ ਹੋਣਗੇ। ਵਿਚਾਰ ਸ਼ੁੱਧ ਹੋਣਗੇ, ਸਾਡੇ ਬਚਨ ਸ਼ੁੱਧ ਹੋਣਗੇ। ਬਚਨ ਸ਼ੁੱਧ ਹੋਣਗੇ, ਸਾਡੇ ਕਰਮ ਸ਼ੁੱਧ ਹੋਣਗੇ। ਤੋ ਇਹ ਸਾਰੀ ਜੇ ਸਾਡਾ ਜਿਹੜਾ ਮਤਲਬ ਹੈ ਜੀਵਨ ਹੈ, ਸਾਰਾ ਸਾਡਾ ਤਿੰਨਾਂ ਚੀਜ਼ਾਂ ਤੇ ਡਿਪੈਂਡੈਂਟ ਹੈ। ਮਨ, ਬਚ, ਕਰਮ, ਥੋਟ, ਵਰਡ, ਸਾਰਾ ਕੁਛ ਹੈ। ਕਰਮ ਹੀ ਸਾਡੇ ਨਾਲ ਜਾਣੇ ਵਾਲੇ। ਹੁਣ ਜੋ ਅਸੀਂ ਬਚਨਾਂ ਤੇ ਵਰਡ ਨਾਲ ਕੀਤਾ ਹੈ, ਉਹ ਸਾਡੇ ਕਰਮ ਸਾਡੇ ਨਾਲ ਜੋ ਜਾਣਾ, ਉਹ ਸਾਡੇ ਕਰਮ ਹੀ ਹੈਗੇ। ਸੋ ਆਈ ਥਿੰਕ ਹੋ ਗਿਆ ਕਲੀਅਰ ਹੋ ਸੋ ਗਿਆ। ਮੇਨ ਤੇ ਹੋ ਗਿਆ ਨਾ ਕਿ ਪਿਓਰਿਟੀ ਆਫ ਮਾਈਂਡ ਬਹੁਤ ਜ਼ਰੂਰੀ, ਦੈਟਸ ਦਾ ਕੀ। ਯੈਸ ਪਿਓਰਿਟੀ ਆਫ ਮਾਈਂਡ। ਥੈਂਕ ਯੂ ਭੈਣ ਜੀ। ਹੁਣ ਜਿਹੜਾ ਨਾ ਗੁਣ ਕਾ ਗੁਣੇ ਸਮਾਵਣੇ, ਪਿਓਰਿਟੀ ਆਫ ਮਾਈਂਡ ਗੁਣ, ਪਿਓਰਿਟੀ ਆਫ ਮਾਈਂਡ। ਫਸਟ ਚੀਜ਼ ਪਿਓਰਿਟੀ ਆਫ ਮਾਈਂਡ। ਅਸੀਂ ਉਹਨਾਂ ਚਿਰ ਅਧਿਆਤਮ ਵੱਲ ਜਾ ਹੀ ਨਹੀਂ ਸਕਦੇ ਜਿੰਨਾ ਚਿਰ ਅੰਦਰ ਨਾਲੋਂ ਨਾਲ ਪਿਓਰਿਟੀ। ਇਹ ਦੋਨੋਂ ਚੀਜ਼ਾਂ ਇਕੱਠੀਆਂ ਹੀ ਜਾਂਦੀਆਂ। ਅਸੀਂ ਕਦੀ ਨਾ ਸੋਚੀਏ ਕਿ ਪਹਿਲਾਂ ਪਿਓਰਿਟੀ ਆਏਗੀ ਫਿਰ, ਨਾਲੋਂ ਨਾਲ ਦੋਨੋਂ ਹੀ ਹੁੰਦੀਆਂ ਨੇ। ਜਦੋਂ ਅਸੀਂ ਗੁਰਬਾਣੀ ਪੜ੍ਹਨੇ ਆ, ਨਾਲ ਨਾਲ ਪਿਓਰਿਟੀ ਆਉਂਦੀ ਹੈ। ਪਿਓਰਿਟੀ ਜਦੋਂ ਆਉਂਦੀ ਹੈ, ਨਾਲੋਂ ਨਾਲ ਫਿਰ ਸਾਨੂੰ ਅਧਿਆਤਮ ਦੀ ਸਮਝ ਆਉਂਦੀ ਹੈ ਕਿ ਦੋਨੋਂ ਇਕੱਠੀਆਂ ਚੱਲਦੀਆਂ ਨੇ। ਪਰ ਕਾਲੇ ਨਾ ਪਈਏ ਤਾਂ, ਜੇ ਕਾਲੇ ਪਈਏ ਤੇ ਫਿਰ ਕੀ ਹੁੰਦਾ ਹੈ ਕਿ ਮਨ ਜਿਹੜਾ ਹੈ ਉਹ ਮੰਨਦਾ ਨਹੀਂ ਹੈਗਾ। ਮਨ ਦੌੜ ਜਾਂਦਾ, ਰਿਵੋਲਟ ਕਰ ਜਾਂਦਾ। ਬਸ ਮਨ ਨੂੰ ਕਹਿਣਾ ਆਰਾਮ ਨਾਲ ਚੱਲਣਾ, ABCD ਪੜ੍ਹ ਕੇ ਅੱਗੇ ਅੱਗੇ ਚੱਲਣਾ, ਅੱਗੇ ਚੱਲਣਾ। ਕਿਉਂਕਿ ਇਹ ਨਹੀਂ ਕਿ ਅਸੀਂ ਜਦੋਂ ਦੁਨੀਆ ਦੀਆਂ ਚੀਜ਼ਾਂ ਕਰਨੇ ਆ, ਉਹ ਤੋਂ ABC ਸਾਨੂੰ ਪਤਾ ਹੈ ਕਿ ਅਗਲੀ ਕਲਾਸ ਫਿਰ PhD ਪਹੁੰਚਣਾ। ਪਰ ਜਦੋਂ ਅਸੀਂ ਗੁਰਮਤ ਕਰਨੇ ਆ ਤੇ ਫਿਰ ਕਿਉਂਕਿ ਸਾਨੂੰ ਪਤਾ ਨਹੀਂ ਹੈਗਾ ਕਿ ਸਟੈਪ ਕਿਹੜੇ ਨੇ, ਤੇ ਫਿਰ ਅਸੀਂ ਕਾਹਲੇ ਪੈ ਜਾਂਦੇ ਆ ਕਿ ਅਸੀਂ ਫਸਟ ਸਟੈਪ ਤੋਂ ਕਹਿੰਦੇ ਹਾਂ ਅਸੀਂ ਅਖੀਰਲੇ ਸਟੈਪ ਤੇ ਕਦੋਂ ਪਹੁੰਚਾਂਗੇ, ਕਿੰਨੀ ਕੁ ਦੂਰ ਤੇ ਕਾਹਲੇ ਪੈ ਜਾਂਦੇ। ਜਦੋਂ ਅਸੀਂ ਕਾਹਲੇ ਪੈ ਜਾਂਦੇ ਆ ਤੇ ਮਨ ਜਿਹੜਾ ਉਹ ਫਿਰ ਰਿਵੋਲਟ ਕਰ ਜਾਂਦਾ। ਸੋ ਗੁਰਜੀਤ ਭੈਣ ਜੀ ਦੱਸੋ ਤੁਸੀਂ। ਵਾਹਿਗੁਰੂ ਵਾਹਿਗੁਰੂ ਭੈਣ ਜੀ, ਬਹੁਤ ਚੀਜ਼ਾਂ ਤੁਸੀਂ ਕਲੀਅਰ ਕੀਤੀਆਂ ਨੇ। ਬਹੁਤ ਅੱਛਾ ਲੱਗਾ ਕਿ ਵੀ ਜਿਹੜੀ ਵੀ ਗੱਲ ਹੈ, ਅਗਰ ਜਦ ਤੱਕ ਅਸੀਂ ਗੁਰਬਾਣੀ ਨੂੰ ਆਪਣੇ ਪ੍ਰੈਕਟੀਕਲ ਲਾਈਫ ਵਿੱਚ ਨਹੀਂ ਲੈ ਕੇ ਆਉਂਦੇ ਆ, ਤਾਂ ਤੱਕ ਸਾਨੂੰ ਉਹ ਬਾਣੀ ਦਾ ਐਕਚੁਅਲੀ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕੀ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਇਹਨੂੰ ਸੂਝ ਨਾਲ ਪੜ੍ਹ ਕੇ ਫਿਰ ਆਪਣਾ ਸੋਚਦੇ ਹਾਂ ਕਿ ਵੀ ਅਸੀਂ ਇਹਨੂੰ ਪ੍ਰੈਕਟੀਕਲੀ ਕਿਸ ਤਰ੍ਹਾਂ ਆਪਣੇ ਲਾਈਫ ਵਿੱਚ ਲਿਆ ਸਕਦੇ ਹਾਂ, ਤੇ ਉਹ ਹੀ ਸਾਰੀ ਸਾਡੇ ਨਿਚੋੜ ਹੈ ਟੂ ਕੰਟਰੋਲ ਆਰ ਮਾਈਂਡ ਐਂਡ ਵਰਕ ਔਨ ਇਟ। ਬਿਲਕੁਲ 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 ਠੀਕ ਹੈ। ਅਸੀਂ ਰੋਜ਼ ਪਾਠ ਕਰਨੇ ਆ ਨਿਰਭਉ ਨਿਰਵੈਰ, ਹਾਂਜੀ ਪਰ ਬਿਲਕੁਲ। ਅਸੀਂ ਕਦੀ ਨਿਰਵੈਰ ਤੇ ਕਦੀ ਧਿਆਨ ਨਾਲ ਅਗਰ ਦੇਖੀਏ ਤੇ ਸਾਨੂੰ ਰੋਜ਼ ਦੀ ਜ਼ਿੰਦਗੀ 'ਚ ਇਸ ਗੱਲ ਨੂੰ ਅਸੀਂ ਆਪਣੇ ਆਪ ਨੂੰ ਜੱਜ ਕਰ ਸਕਦੇ ਹਾਂ। ਅਸੀਂ ਕਿੰਨੀ ਵਾਰੀ ਨਿਰਵੈਰ ਰਹੇ ਤੇ ਅਸੀਂ ਕਿੰਨੀ ਵਾਰੀ ਨਿਰਭਰ। ਹਾਂ, ਕਈ ਵਾਰੀ ਨਾ ਅਸੀਂ ਵਰਡਸ 'ਚ ਨਹੀਂ ਕਰਦੇ, ਸਾਡੇ ਐਕਸ਼ਨਸ ਇਹੋ ਜਿਹੇ ਹੋ ਜਾਂਦੇ ਜਿਹਦੇ 'ਚ ਅਸੀਂ ਬਿਲਕੁਲ ਕਰਨੇ ਆ। ਤੇ ਸੋ ਇਹ ਜਿਸ ਤਰ੍ਹਾਂ ਹੁਣ ਤੁਸੀਂ ਕਹਿ ਰਹੇ ਸੀ, ਕੰਮ, ਮਨ, ਬਚਨ ਔਰ ਤਿੰਨ ਜਿਹੜੇ, ਹਾਂਜੀ, ਇਹ ਇਹਨਾਂ ਮਤਲਬ ਹਰ ਚੀਜ਼ ਦੇ ਉੱਤੇ ਅਗਰ ਅਸੀਂ ਕੰਟਰੋਲ ਕਰਾਂਗੇ ਤੇ ਤਾਂ ਹੀ ਸਾਨੂੰ ਲੱਗੇਗਾ ਕਿ ਵੀ ਅਸੀਂ ਜਿਹੜੇ ਆ ਸੰਗਤ ਕਰ ਰਹੇ ਹਾਂ ਉਹਦਾ ਕਿੰਨਾ ਕੁ ਅਸਰ ਸਾਡੇ ਤੇ ਹੋ ਰਿਹਾ। ਬਿਲਕੁਲ ਬਿਲकुल बिल्कुल। ਵਾਹਿਗੁਰੂ ਦੇਖੋ, ਜੇ ਕੋ ਖਾਵੇ ਜੇ ਕੋ ਪੁੱਜੈ ਤਿਸਕਾ ਹੋਏ ਉਦਾਰ। ਉਹ ਤੇ ਕਹਿੰਦੇ ਨੇ ਕਿ ਜੇ ਤੁਸੀਂ ਖਾਣਾ ਜਿਹੜਾ ਖਾਦਾ ਜਿੰਨਾ ਚਿਰ ਹਜ਼ਮ ਨਹੀਂ ਹੋਇਆ, ਉਹਦਾ ਖੂਨ ਨਹੀਂ ਬਣਿਆ, ਫਾਇਦਾ ਕੀ ਹੈ। ਸੋ ਬਾਣੀ ਜਿੰਨੀ ਅਸੀਂ ਪੜ੍ਹੀਏ, ਜੇ ਉਹ ਸਾਡੇ ਜੀਵਨ ਵਿੱਚ ਨਹੀਂ ਆਈ ਤੇ ਫਿਰ ਤੇ ਕੋਈ ਫਾਇਦਾ ਨਹੀਂ ਹੈਗਾ। ਤਾਂ ਜੀਵਨ ਵਿੱਚ ਹੀ ਲਿਆਣੀ ਮੇਨ ਚੀਜ਼ ਹੋਈ ਹੈ, ਤਾਂ ਕਿ ਸਾਡਾ ਜੀਵਨ ਇੰਨਾ ਸੋਹਣਾ ਖੂਬਸੂਰਤ ਹੋ ਜਾਏ ਕਿ ਜਿਸ ਵਾਸਤੇ ਅਸੀਂ ਇੱਥੇ ਆਏ ਹਾਂ ਉਹ ਸਾਡੇ ਆਉਣ ਦਾ ਪਰਪਸ ਜਿਹੜਾ ਹੈ ਉਹ ਸੋਲਵ ਹੋ ਜਾਏ। ਤੋ ਬਹੁਤ ਬਹੁਤ ਧੰਨਵਾਦ ਸੰਗਤ ਦਾ। ਹੋਰ ਜੇ ਕਿਸੇ ਦਾ ਨਹੀਂ ਸਵਾਲ ਤੇ ਗੁਰਜੀਤ ਭੈਣ ਜੀ ਮੈਂ ਰਿਕੁਐਸਟ ਕਰਾਂਗੀ ਉਹ ਅਰਦਾਸ ਕਰਨਗੇ। ਨਹੀਂ, ਰਾਜੀ ਭੈਣ ਜੀ ਬੜੀ ਸੋਹਣੀ ਅਰਦਾਸ ਕਰਦੇ ਨੇ ਭੈਣ ਜੀ। ਅੱਜ ਰਾਜੀ ਭੈਣ ਜੀ ਨੂੰ ਮੌਕਾ ਦਿੰਦੇ ਆ। ਸਾਡੇ ਸੁਖਮਨੀ ਸਾਹਿਬ ਦੇ ਪਾਠ ਚ ਆਉਂਦੇ ਹੁੰਦੇ, ਬਹੁਤ ਸਾਰੀ ਅਰਦਾਸ ਕਰਦੇ। ਅੱਛਾ ਠੀਕ ਹੈ, ਗੁੱਡ ਗੁੱਡ, ਵੈਰੀ, ਮੈਨੂੰ ਪਤਾ ਨਹੀਂ ਸੀ। ਠੀਕ ਹੈ, ਅੱਛੀ ਗੱਲ, ਬਹੁਤ ਅੱਛੀ। ਠੀਕ ਹੈ ਰਾਜੀ ਜੀ। ਕੀ ਗੱਲ ਉਹਨਾਂ ਸੁਣਦੇ ਨਹੀਂ ਪਏ? ਰਾਜੀ ਜੀ। ਵਾਹਿਗੁਰੂ ਜੀ, ਸੌਰੀ ਮੇਰਾ ਨਾ ਫੋਨ ਆ ਗਿਆ ਸੀ। ਹਾਂਜੀ। ਓ ਸੌਰੀ।
ਤੁਹਾਡੀ ਅਸੀਂ ਕਿਹਾ ਅੱਜ ਫਾਈਨਲ ਅਰਦਾਸ ਤੁਸੀਂ ਕਰੋ ਭੈਣ ਜੀ। ਜੋ ਹੁਕਮ ਜੀ ਹੋ ਸੰਗਤ ਦਾ। ਵਾਹਿਗੁਰੂ ਵਾਹਿਗੁਰੂ। ਨਹੀਂ ਜੀ ਨਹੀਂ, ਆਪਸ ਵਿੱਚ ਹੀ ਕਿਸੇ ਨੂੰ ਗੁਜ਼ਾਰਿਸ਼ ਹੀ ਹੁੰਦੀ ਹੈ। ਵਾਹਿਗੁਰੂ ਨਹੀਂ, ਸੰਗਤ ਸਭ ਤੋਂ ਉੱਚੀ ਹੁੰਦੀ ਹੈ ਜੀ। ਹਾਂਜੀ, ਵਾਹਿਗੁਰੂ ਥੈਂਕ ਯੂ ਵਾਹਿਗੁਰੂ। ਜੀ ਆਂਟੀ। ਮੈਂ ਬਹੁਤ ਹੀ ਮੈਨੂੰ ਮੈਂ ਆਪਣਾ ਵੀ ਦੱਸ ਰਹੀ ਹਾਂ ਐਕਸਪੀਰੀਅੰਸ ਕਿ ਮੈਨੂੰ ਬੜਾ ਅੱਛਾ ਲੱਗਾ ਕਿ ਜਿਹੜਾ ਤੁਸੀਂ ਇਹ ਟੌਪਿਕ ਇਸ ਤਰ੍ਹਾਂ ਚੁਣਿਆ ਤੇ ਇਸ ਤਰੀਕੇ ਨਾਲ ਸਾਨੂੰ ਸਮਝਾਇਆ ਐਂਡ ਸਟੈਪ ਵਾਈਜ਼। ਇਟਸ ਸੋ ਬਿਊਟੀਫੁਲ। ਇੱਕ ਉਹ ਜਿਸ ਤਰ੍ਹਾਂ ਕਨੈਕਸ਼ਨ ਵੀ ਪ੍ਰੈਕਟੀਕਲ ਲਾਈਫ ਦੇ ਨਾਲ ਕਨੈਕਸ਼ਨ ਜੋੜਨਾ, ਤੇ ਭੈਣ ਜੀ ਗੁਰਜੀਤ ਭੈਣ ਜੀ ਨੇ ਵੀ ਐਕਸਪਲੇਨ ਜਿਹੜਾ ਕੀਤਾ ਕਿ ਅਸੀਂ ਕਈ ਵਾਰੀ ਐਕਸ਼ਨ ਕਰ ਸਕਦੇ ਹਾਂ, ਮਤਲਬ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਨੂੰ ਅਸੀਂ ਗੁਰਬਾਣੀ ਦੇ ਵਿੱਚ ਐਕਸਪਲੇਨ ਕਰਨਾ ਆ, ਉਹ ਐਕਸ਼ਨ ਦੇ ਵਿੱਚ ਹੀ ਸਾਨੂੰ ਰਿਜ਼ਲਟ ਮਿਲ ਜਾਂਦਾ ਹੈ। ਠੀਕ ਹੈ, ਬਹੁਤ ਬਹੁਤ ਧੰਨਵਾਦ ਸੰਗਤ ਦਾ, ਸਭ ਨੇ ਬੜੇ ਧਿਆਨ ਨਾਲ ਸੁਣਿਆ। ਔਰ ਥੋੜਾ ਜਿਹਾ ਘਰ ਜਾ ਕੇ ਵੀ ਥੋੜਾ ਜਿਹਾ ਇਹਦੇ ਤੇ ਮਤਲਬ ਧਿਆਨ ਪਾ ਲਿਆ ਕਰੋ, ਤਾਂ ਕਿ ਫਿਰ ਉਹ ਚੀਜ਼ ਥੋੜੀ ਨਾ ਪੱਕੀ ਹੋ ਜਾਂਦੀ ਹੈ ਕਿ ਸਾਡੇ ਜੀਵਨ ਦਾ ਹਿੱਸਾ ਜਾਂਦੀ ਹੈ। ਰਿਕਾਰਡਿੰਗ ਸੁਣਾਂਗੇ ਨਾ ਫਿਰ ਦੁਬਾਰਾ ਤੋਂ ਭੈਣ ਜੀ, ਤੇ ਹਾਂ। ਉਹਦਾ ਇੰਪ੍ਰੈਸ਼ਨ ਫਿਰ ਥੋੜਾ ਹੋਰ ਗਹਿਰਾ ਹੋਏਗਾ ਜੀ। ਹਾਂ ਬਿਲਕੁਲ ਬਿਲकुल, ਠੀਕ ਹੈ ਰਾਜੀ ਜੀ, ਤੁਸੀਂ ਕਰੋ। ਵਾਹਿਗੁਰੂ ਜੀ। ਅਰਦਾਸ। ਇੱਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਸੇ ਹੋਈ ਸਹਾਏ। ਅਰਜਨ ਹਰ ਗੋਬਿੰਦਨੋ, ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੇ ਤਾਏ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਤ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ। ਚਿਤਾਵਨ ਕਾ ਸਦਕਾ ਸਰਵ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਚਿਆ ਰਿਹਾ ਹੈ। ਦੇਗ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਕੀਆਂ ਚੰਡੇ ਬੁੱਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਅਕਾਲ ਪੁਰਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਜੀ, ਆਪਣੇ ਪਦ ਤੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਉਹ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨਦਾਰ ਤੇ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਪਹਿਲਾਂ ਦਾ ਲਿਖਿਆ ਹੋਇਆ, ਪਰ ਹੁਣ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਆ, ਖੁੱਲਾ ਹੈ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ। ਆਪ ਜੀ ਦੇ ਹਜੂਰ ਵਾਹਿਗੁਰੂ ਅਰਦਾਸ ਹੈ। ਸੰਗਤ ਨੇ ਉਪਰਾਲਾ ਕੀਤਾ ਆ, ਆਂਟੀ ਉਹਨਾਂ ਦੀ ਸਿਹਤ ਦਾ ਥੈਂਕ ਯੂ ਤਾਂ ਬਾਬਾ ਜੀ ਸ਼ੁਕਰ ਹੈ ਵਾਹਿਗੁਰੂ, ਆਪ ਜੀ ਨੇ ਕਿਰਪਾ ਕੀਤੀ ਹੈ, ਤੰਦਰੁਸਤੀ ਬਖਸ਼ੀ ਹੈ, ਖੁਸ਼ੀਆਂ ਬਖਸ਼ੋ ਵਾਹਿਗੁਰੂ। ਸਾਰੀ ਸੰਗਤ ਨੂੰ ਇਸੇ ਤਰ੍ਹਾਂ ਹੀ ਉਦਮ ਬਖਸ਼ੋ, ਅਸੀਂ ਰਲ ਮਿਲ ਕੇ ਆਪ ਜੀ ਦਾ ਗੁਣਗਾਨ ਕਰ ਸਕੀਏ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਭੈਣ ਜੀ, ਤੁਸੀਂ ਬਹੁਤ ਸੋਹਣਾ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਲੰਬੀ ਹੋ ਗਈ ਅਰਦਾਸ ਪਰ ਵਾਹਿਗੁਰੂ ਨੇ ਨਹੀਂ ਬਹੁਤ 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 ਸੋਹਣੀ ਭੈਣ ਜੀ, ਬਹੁਤ ਪਿਆਰ ਨਾਲ ਤੁਸੀਂ ਕੀਤੀ ਹੈ, ਬਹੁਤ ਭਿੱਜ ਕੇ। ਵਾਹਿਗੁਰੂ ਤੁਹਾਡੇ ਤੇ ਬਖਸ਼ਿਸ਼ ਰੱਖੇ। ਅਰਦਾਸ ਤੇ ਜਿਸ ਤਰ੍ਹਾਂ ਜਿਹੜੀ ਦਿਲੋਂ ਜਿਹੜੀ ਆਵਾਜ਼ ਨਿਕਲੇ ਭੈਣ ਜੀ,
ਉਹ ਅਰਦਾਸ ਹੈ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।